ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀ ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸੁਧ ਕੇ ਸੁਨਤ ਕੁਟੰਬ ਸਭ, ਚਿੰਤਾ ਕੇ ਬਸ ਹੋਏ। ਬਹੁਤ ਬਿਸੂਰਤ ਵੀ ਮਨ, ਬਿਪਰੈ ਦੁਖ ਬਿਦ ਜੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀਏ ਕੁਲ ਆਲਮ ਪਤਤ ਪਾਵਨ ਭਗਤ ਵਸ਼ਲ
ਕਿਰਪਾ ਨਿਧਾਨ ਜੁਗੋ ਜੁਗ ਅਟਲ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ, ਸਤ ਸੰਗਤ ਕਰ ਰਹੇ ਹੋ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਵਸਾਏ ਹੋਏ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਵਿਖੇ ਯਾਤਰਾ ਕਰਨ ਦਾ, ਗੁਰੂ ਕੇ ਦਰਸ਼ਨ ਦੀਦਾਰੇ ਕਰਨ ਦਾ, ਸਤ ਸੰਗਤ ਕਰਨ ਦਾ, ਸੇਵਾ ਕਰਨ ਦਾ ਸੁਭਾਗ ਭਾਗਾਂ ਵਾਲੇ ਸਰੀਰਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਸੇਵਾ ਥਾਏ ਪਾਵਨ। ਸ਼ਾਮ ਦੇ ਦੀਵਾਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੁਰ ਇਤਿਹਾਸ ਦੀ ਕਥਾ ਵਿਚਾਰ ਸੁਣਦੇ ਹਾਂ। ਸਮਾਂ ਹੋ ਚੁੱਕਾ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਇਕਾਗਰਤਾ ਬਖਸ਼ਿਸ਼ ਕਰਨ ਆਓ। ਲੜੀਵਾਰ ਜੋ ਇਤਿਹਾਸ ਹੈ, 10 ਗੁਰੂ ਸਾਹਿਬਾਨਾਂ ਦਾ ਜੀਵਨ ਹੈ, ਉਹ ਆਪਾਂ ਸਰਵਣ ਕਰਦੇ ਆ ਰਹੇ ਹਾਂ। ਔਰ ਇਸ ਇਤਿਹਾਸ ਦੀ ਵਿਚਾਰ ਦੇ ਵਿੱਚ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਲੜੀਵਾਰ ਅਸੀਂ ਇੱਥੋਂ ਤੱਕ ਸਰਵਣ ਕੀਤਾ ਹੈ ਕਿ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਸਾਰੇ ਸਿੱਖਾਂ ਨੂੰ ਸੁਨੇਹਾ ਭੇਜਿਆ ਕਿ ਅਸੀਂ ਅਗਲਾ ਜਿਹੜਾ ਗੁਰੂ ਹੈ, 7ਵਾਂ ਜਿਹੜਾ ਸਰੀਰ ਹੈ, ਉਸ ਵਿੱਚ ਇਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਟਿਕਾ ਰਹੇ ਹਾਂ, ਅਗਲਾ ਗੁਰੂ ਥਾਪ ਰਹੇ ਹਾਂ। ਔਰ ਅਸੀਂ ਇਹ ਜਿਹੜਾ ਸਰੀਰ ਹੈ ਇਹ ਛੱਡਣਾ ਹੈ। ਸਾਰੀ ਸੰਗਤ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੇ। ਜਿੱਥੇ ਜਿੱਥੇ ਇਹ ਸਤਿਗੁਰਾਂ ਦਾ ਹੁਕਮ ਪਹੁੰਚਿਆ ਹੈ ਕਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਰੀਰ ਛੱਡ ਰਹੇ ਹਨ ਔਰ ਅਗਲੇ ਗੁਰੂ ਥਾਪ ਰਹੇ ਹਨ, ਸੰਗਤ ਵਹੀਰਾਂ ਕੱਤ ਕੇ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਇਸ ਵਾਰੀ ਭਾਵੇਂ ਹੋਰ ਵੀ ਦਿਨਾਂ ਦੇ ਵਿੱਚ ਸੰਗਤ ਇਕੱਠੀ ਹੁੰਦੀ ਹੈ, ਪਰ ਇਸ ਵਾਰੀ ਬਹੁਤ ਜ਼ਿਆਦਾ ਸੰਗਤ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੀ ਹੈ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸਾ ਹੁਕਮ ਭੇਜਿਆ ਹੈ। ਬੇਅੰਤ ਸੰਗਤ ਜਦੋਂ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚ ਗਈ ਤੇ ਜਿਹੜਾ ਦਿਨ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ, ਉਸ ਦਿਨ ਬਹੁਤ ਵੱਡੀਆਂ ਕਨਾਤਾਂ ਤੰਬੂ ਲੱਗਿਆ ਹੈ, ਵੱਡਾ ਸ਼ਮਿਆਨਾ ਲੱਗਿਆ ਹੈ। ਵੱਖ-ਵੱਖ ਗੁਰੂ ਕੇ ਜਿਹੜੇ ਪਰਿਵਾਰ ਸਨ, ਉਹਨਾਂ ਦੇ ਵਿੱਚੋਂ ਸਤਿਕਾਰਯੋਗ ਸ਼ਖਸੀਅਤਾਂ, ਗੁਰੂ ਕੇ ਸਿੱਖਾਂ ਦੇ ਵਿੱਚੋਂ ਜਿਹੜੇ ਮਹਾਨ ਸੇਵਕ ਹੋਏ ਹਨ, ਉਹਨਾਂ ਦੇ ਅੱਗੋਂ ਪਰਿਵਾਰ, ਅੰਸ਼ ਵੰਸ਼ ਔਰ ਹੋਰ ਸਮੇਂ-ਸਮੇਂ ਦੇ ਨਾਲ ਜਿਹੜੇ ਵੀ ਕੋਈ ਭਾਵਨਾ ਵਾਲੇ ਸਿੱਖ ਮਸੰਦ ਜਿਹੜੀ ਸੰਗਤ ਹੈ, ਸਾਰੇ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚ ਗਏ ਹਨ। ਔਰ ਇੱਥੇ ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸਾਰੀ ਸੰਗਤ ਬੈਠ ਗਈ ਹੈ, ਗੁਰੂ ਕੇ ਸਿੱਖ, ਵੱਖ-ਵੱਖ ਗੁਰੂਆਂ ਦੇ ਪਰਿਵਾਰ ਗੁਰੂ ਕੀ ਸੰਗਤ ਵਿੱਚ ਬੈਠੇ ਹੋਏ ਹਨ, ਉਸ ਵੇਲੇ ਫਿਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸਾਹਿਬ ਪਾਤਸ਼ਾਹ ਸ਼੍ਰੀ ਹਰਿ ਰਾਇ ਸਾਹਿਬ ਜੀ ਨੂੰ ਨਾਲ ਲੈ ਕਰਕੇ ਔਰ ਉਸ ਦੀਵਾਨ ਦੇ ਵਿੱਚ ਪਹੁੰਚੇ ਹਨ, ਉਸ ਸਭਾ ਦੇ ਵਿੱਚ ਪਹੁੰਚੇ ਹਨ, ਉਸ ਸੰਗਤ ਵਿੱਚ ਪਹੁੰਚੇ ਹਨ।
ਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਵੇਂ ਉਸ ਵੇਲੇ ਪਾਤਸ਼ਾਹ ਜੀ ਦੇ 6ਵੇਂ ਪਾਤਸ਼ਾਹ ਜੀ ਦੇ 3 ਸਪੁੱਤਰ ਮੌਜੂਦ ਸਨ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਗੁਰੂ ਤੇਗ ਬਹਾਦਰ ਜੀ, ਪਰ ਪਾਤਸ਼ਾਹ ਜੀ ਨੇ ਪੁੱਤਰਾਂ ਨੂੰ ਛੱਡ ਕੇ ਛੋਟਾ ਜਿਹੜਾ ਪੋਤਰਾ ਹੈ ਸ਼੍ਰੀ ਹਰਿਰਾਏ ਸਾਹਿਬ ਜੀ, ਉਹਨਾਂ ਨੂੰ ਆਪਣੇ ਆਸਣ 'ਤੇ ਬਿਠਾਇਆ ਹੈ। ਔਰ ਬਾਬਾ ਬੁੱਢਾ ਸਾਹਿਬ ਜੀ ਦੇ ਸਤਿਕਾਰਯੋਗ ਸਪੁੱਤਰ ਭਾਈ ਭਾਨਾ ਜੀ ਨੇ, ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਅਗਲੇ ਗੁਰੂ ਥਾਪਣ ਦੇ ਵੇਲੇ ਮਰਿਆਦਾ ਨਿਭਾਉਂਦੇ ਸਨ, ਇਹ ਕਾਰਜ ਸੰਪੰਨ ਕਰਦੇ ਸਨ। ਬਾਬਾ ਬੁੱਢਾ ਸਾਹਿਬ ਜੀ ਤਾਂ ਹੁਣ ਕੁਝ ਸਮਾਂ ਪਹਿਲਾਂ ਚੱਲ ਵਸੇ ਹਨ। ਇਸ ਵਾਰੀ ਜਿਹੜੀ ਇਹ ਮਰਿਆਦਾ ਹੈ ਇਹ ਭਾਈ ਭਾਨਾ ਸਾਹਿਬ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਬਾਬਾ ਭਾਨਾ ਜੀ ਨੇ ਨਿਭਾਈ ਹੈ। ਬਾਬਾ ਭਾਨਾ ਜੀ ਨੇ ਇੱਕ ਬੜੀ ਸੁੰਦਰ ਪਹਿਲਾਂ ਦਸਤਾਰ ਤੇ ਫਿਰ ਉਹਦੇ ਉੱਪਰ ਸੋਹਣੀ ਕਲਗੀ ਭਾਈ ਭਾਨਾ ਜੀ ਨੇ ਲਗਾਈ ਹੈ। ਔਰ ਫਿਰ ਭੇਟਾ ਦੇ ਵਜੋਂ ਕੁਝ ਧਨ ਤੇ ਇੱਕ ਘੋੜਾ ਤੇ ਬਾਜ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰੂ ਥਾਪ ਕਰਕੇ ਤੇ ਅੱਗੇ ਵੰਦਨਾ ਕੀਤੀ ਹੈ ਤੇ ਭੇਟਾ ਰੱਖੀ ਹੈ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਸਾਹਿਬ ਪਾਤਸ਼ਾਹ ਸ੍ਰੀ ਹਰਿਰਾਏ ਸਾਹਿਬ ਜੀ ਦੀਆਂ ਪ੍ਰਦਖਣਾ ਕੀਤੀਆਂ ਹਨ, ਪਰਿਕਰਮਾ ਕੀਤੀਆਂ ਹਨ ਤੇ ਉਸ ਆਸਣ ਦੇ ਅੱਗੇ ਸ੍ਰੀ ਹਰਿਰਾਏ ਸਾਹਿਬ ਜੀ ਦੇ ਅੱਗੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੀਸ ਝੁਕਾ ਦਿੱਤਾ ਹੈ, ਨਮਸਕਾਰ ਕਰ ਦਿੱਤੀ ਹੈ। ਭਾਵ ਕਿ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਅਗਲੇ ਗੁਰੂ ਥਾਪ ਦਿੱਤਾ ਹੈ। ਤੇ ਸੰਗਤ ਦੇ ਵਿੱਚ ਬਹੁਤ ਦੂਰ ਤੱਕ ਗੁਰੂ ਕੇ ਸਿੱਖ ਪਿਆਰੀ ਸੰਗਤ ਬੈਠੀ ਹੋਈ ਹੈ ਤੇ ਜਿੱਥੇ ਅਗਲੇ ਗੁਰੂ ਥਾਪਣ ਦੀ ਸਾਰੀ ਸੰਗਤ ਦੇ ਵਿੱਚ ਇੱਕ ਪ੍ਰਸੰਨਤਾ ਹੈ ਕਿ 7ਵੇਂ ਗੁਰੂ ਸ੍ਰੀ ਹਰਿਰਾਏ ਸਾਹਿਬ ਜੀ ਅਗਲੇ ਗੁਰੂ ਬਣ ਗਏ ਹਨ। ਉੱਥੇ ਨਾਲ ਹੀ ਸੰਗਤ ਦੇ ਅੰਦਰ ਖੁਸ਼ੀ ਵੀ ਹੈ, ਪਰ ਨਾਲ ਇਹ ਬਹੁਤ ਵੱਡਾ ਸੋਗ ਵੀ ਹੈ, ਬੈਰਾਗ ਵੀ ਹੈ ਕਿ ਹੁਣ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਰੀਰ ਛੱਡਣਗੇ, ਸਰੀਰ ਤਿਆਗ ਦੇਣਗੇ। ਗੁਰੂ ਕੇ ਚਰਨਾਂ ਦੇ ਵਿੱਚ ਰਬਾਬੀ ਸਿੰਘਾਂ ਨੇ ਕੀਰਤਨ ਕੀਤਾ ਹੈ ਔਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਵਿੱਚ ਭੱਟ ਸਾਹਿਬਾਨਾਂ ਨੇ ਸੋਹਣੀਆਂ ਕਵਿਤਾਵਾਂ ਬਣਾ ਬਣਾ ਕੇ 7ਵੇਂ ਪਾਤਸ਼ਾਹ ਜਿਹੜੇ ਹੁਣ ਗੁਰੂ ਬਣੇ ਹਨ ਉਹਨਾਂ ਦੀ ਉਸਤਤ ਦੇ ਵਿੱਚ ਅਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸਤਤ ਦੇ ਵਿੱਚ ਬੇਅੰਤ ਰਚਨਾਵਾਂ ਜਿਹੜੀਆਂ ਉਹ ਪੜ੍ਹੀਆਂ ਹਨ, ਉਚਾਰਨ ਕੀਤੀਆਂ ਹਨ। ਤੇ ਉਸ ਤੋਂ ਬਾਅਦ ਫਿਰ ਸਾਰੀ ਸੰਗਤ ਨੇ ਸ੍ਰੀ ਹਰਿਰਾਏ ਸਾਹਿਬ ਜੀ ਦੇ ਅੱਗੇ ਜਿਹੜੇ ਗੁਰੂ ਹਰਿਰਾਏ ਸਾਹਿਬ ਜੀ ਬਣ ਗਏ ਹਨ ਉਹਨਾਂ ਦੇ ਅੱਗੇ ਭੇਟਾਵਾਂ ਰੱਖੀਆਂ। ਰਾਏ ਜੋਧ ਸ਼ਾਹ 5 ਘੋੜੇ ਲੈ ਕਰਕੇ ਆਇਆ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਵਾਸਤੇ ਔਰ ਬੇਅੰਤ ਧਨ ਤੇ ਵਸਤਰ ਅੱਗੇ ਰੱਖੇ। ਫਿਰ ਸਾਰੀ ਜਿਹੜੀ ਸੰਗਤ ਹੈ ਉਹਨਾਂ ਨੇ ਵਾਰੀ-ਵਾਰੀ 7ਵੇਂ ਪਾਤਸ਼ਾਹ ਜੀ ਦੇ ਅੱਗੇ ਨਮਸਕਾਰ ਕੀਤੀ ਹੈ, ਭੇਟਾਵਾਂ ਰੱਖੀਆਂ ਹਨ, ਅੰਬਾਰ ਲੱਗ ਗਏ। ਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸੰਗਤ ਵਿੱਚ ਬਹੁਤ ਵੱਡੀ ਪ੍ਰਸੰਨਤਾ ਵੀ ਹੈ, ਬੈਰਾਗ ਵੀ ਹੈ। ਇਹ ਜਦੋਂ ਸਾਰੀ ਮਰਿਆਦਾ ਨਿਭੀ ਹੈ ਤੇ ਫਿਰ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਨਿਜ ਅਸਥਾਨ ਹੈ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉੱਧਰਲੇ ਪਾਸੇ ਗਏ ਹਨ ਤੇ ਨਾਲ ਹੀ ਸ੍ਰੀ ਹਰਿਰਾਏ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪਾਤਸ਼ਾਹ ਜੀ ਦੇ ਕੋਲ ਹਨ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਅਦਬ ਦੇ ਨਾਲ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਧ ਕੇ ਸੁਨਤ ਕੁਟੰਬ ਸਭ ਚਿੰਤਾ ਕੇ ਬਸ ਹੋਏ। ਗਰੀਬ ਨਿਵਾਜ
ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਜਦੋਂ ਅਗਲੇ ਗੁਰੂ ਸਾਹਿਬਾਨ ਦਾ ਐਲਾਨ ਕੀਤਾ ਗਿਆ ਹੈ, ਸਾਰੀ ਸੰਗਤ ਵਿੱਚ ਗੁਰੂ ਥਾਪਿਆ ਗਿਆ ਹੈ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ। ਇਹ ਜਦੋਂ ਖਬਰ ਗੁਰੂ ਕੇ ਪਰਿਵਾਰ ਵਿੱਚ ਪਹੁੰਚੀ ਹੈ, ਜਾਂ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਮਹਿਲ ਮਾਤਾ ਦਮੋਦਰੀ ਜੀ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਤੇ ਮਾਤਾ ਮਰਵਾਹੀ ਜੀ ਤੇ ਮਾਤਾ ਨਾਨਕੀ ਜੀ ਉਸ ਵੇਲੇ ਗੁਰੂ ਕੇ ਚਰਨਾਂ ਦੇ ਵਿੱਚ ਮੌਜੂਦ ਹਨ। ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ ਤੇ ਇਹ ਜਿਹੜੇ ਗੁਰੂ ਸੰਤਾਨ ਸਨ, ਕਹਿਣ ਤੋਂ ਭਾਵ ਗੁਰੂ ਕੇ ਸਪੁੱਤਰ ਜਾਂ ਸਪੁੱਤਰੀ ਸਨ, ਇਹਨਾਂ ਦਾ ਜਨਮ ਤਿੰਨਾਂ ਮਾਤਾ ਤੋਂ ਹੋਇਆ। ਮਾਤਾ ਦਮੋਦਰੀ ਜੀ ਦੇ ਦੋ ਜਿਹੜੇ ਘਰ ਦੇ ਵਿੱਚ ਸੰਤਾਨ ਹੋਏ, ਇੱਕ ਬਾਬਾ ਗੁਰਦਿੱਤਾ ਜੀ ਔਰ ਇੱਕ ਬੀਬੀ ਵੀਰੋ ਜੀ। ਉਸ ਤੋਂ ਬਾਅਦ ਮਾਤਾ ਮਰਵਾਹੀ ਜੀ, ਜਿਨ੍ਹਾਂ ਦੇ ਘਰ ਦੇ ਵਿੱਚ ਤਿੰਨ ਸਪੁੱਤਰ ਸਨ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਔਰ ਗੁਰੂ ਤੇਗ ਬਹਾਦਰ ਜੀ। ਔਰ ਇਸੇ ਤਰ੍ਹਾਂ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੀਸਰੇ ਮਹਿਲ ਮਾਤਾ ਮਰਵਾਹੀ ਜੀ। ਮਾਤਾ ਨਾਨਕੀ ਜੀ ਦੇ ਤਿੰਨ ਸਪੁੱਤਰ ਸਨ ਤੇ ਮਾਤਾ ਮਰਵਾਹੀ ਜੀ ਦਾ ਇੱਕ ਸਪੁੱਤਰ ਸੀਗਾ, ਜਿਹਦਾ ਨਾਮ ਹੈ ਬਾਬਾ ਸੂਰਜਮਲ ਜੀ। ਹੁਣ ਮਾਤਾ ਦਮੋਦਰੀ ਜੀ ਆਪ ਵੀ ਚੱਲ ਵਸੇ ਹਨ ਤੇ ਉਹਨਾਂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਵੀ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਹਨ। ਔਰ ਇਸੇ ਤਰ੍ਹਾਂ ਬੀਬੀ ਵੀਰੋ ਜੀ ਇੱਕ ਪੁੱਤਰੀ ਹੈ, ਤੇ ਮਾਤਾ ਮਰਵਾਹੀ ਜੀ ਜਿਹੜੇ ਸਨ ਉਹਨਾਂ ਦਾ ਇੱਕੋ ਇੱਕ ਸਪੁੱਤਰ ਹੈ ਬਾਬਾ ਸੂਰਜਮਲ। ਮਾਤਾ ਮਰਵਾਹੀ ਜੀ ਜਿਹੜੇ ਸਨ, ਮਾਤਾ ਨਾਨਕੀ ਜੀ, ਇਹਨਾਂ ਦੇ ਤਿੰਨ ਸਪੁੱਤਰ ਹਨ, ਗੁਰੂ ਤੇਗ ਬਹਾਦਰ ਜੀ, ਬਾਬਾ ਅਣੀ ਰਾਏ ਜੀ ਔਰ ਸਹਿ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ। ਇਹ ਮਾਤਾ ਨਾਨਕੀ ਜੀ ਤੇ ਮਾਤਾ ਮਰਵਾਹੀ ਜੀ ਗੁਰੂ ਕੇ ਚਰਨਾਂ ਦੇ ਵਿੱਚ ਮੌਜੂਦ ਹਨ। ਜਦੋਂ ਖਬਰ ਮਿਲੀ ਨਾ ਕਿ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਤਰਾਂ ਨੂੰ ਛੱਡ ਕੇ ਤੇ ਪੋਤਰੇ ਨੂੰ ਨਿਵਾਜਿਆ ਹੈ, ਪੁੱਤਰਾਂ ਨੂੰ ਛੱਡ ਦਿੱਤਾ ਹੈ ਤੇ ਪੋਤਰੇ ਨੂੰ ਨਿਵਾਜ ਦਿੱਤਾ, ਕਹਿਣ ਤੋਂ ਭਾਵ ਸਪੁੱਤਰਾਂ ਸਾਰਿਆਂ ਨੂੰ ਛੱਡ ਦਿੱਤਾ ਤੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਪੋਤਰੇ, ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਬਣ ਗਏ ਹਨ, ਗੁਰੂ ਪਦਵੀ ਤੇ ਬਿਰਾਜਮਾਨ ਹੋ ਗਏ ਹਨ। ਤੇ ਸੁਭਾਵਿਕ ਹੀ ਸੀਗਾ, ਜਿਹੜੇ ਮਾਤਾਵਾਂ ਸਨ ਉਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋਣਾ ਹੀ ਸੀਗਾ ਕਿ ਪਾਤਸ਼ਾਹ ਜਿਹੜੇ ਸਾਡੇ ਸਪੁੱਤਰ ਹਨ, ਜਿਹੜੇ ਤੁਹਾਡੇ ਬੜੇ ਆਗਿਆਕਾਰ, ਹਮੇਸ਼ਾ ਤੁਹਾਡੇ ਹੁਕਮ ਦੇ ਵਿੱਚ ਚੱਲਣ ਵਾਲੇ ਗਰੀਬ ਨਿਵਾਜ ਪਾਤਸ਼ਾਹ ਜੀ, ਸਾਨੂੰ ਆਸ ਸੀਗੀ ਕਿ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਨੂੰ ਅੱਗੇ ਗੁਰੂ ਥਾਪੋਗੇ। ਐਸਾ ਜਿਹੜਾ ਵਿਚਾਰ ਹੈ, ਮਨ ਦੇ ਵਿੱਚ ਸ਼ੰਕਾ ਜਾਂ ਦੁਬਿਧਾ ਮਾਤਾਵਾਂ ਦੇ ਅੰਦਰ ਪੈਦਾ ਹੋਈ। ਮਾਤਾ ਨਾਨਕੀ ਜੀ ਚਾਹੁੰਦੇ ਸਨ ਕਿ ਮੇਰੇ ਦੋ ਪੁੱਤਰ ਜਿਹੜੇ ਹਨ, ਬਾਬਾ ਅਣੀ ਰਾਏ ਜੀ ਤੇ ਗੁਰੂ ਤੇਗ ਬਹਾਦਰ ਜੀ, ਇਹਨਾਂ ਦੇ ਵਿੱਚੋਂ ਕੋਈ ਗੁਰੂ ਬਣਦਾ, ਕਿਉਂਕਿ ਬਾਬਾ ਅਟਲ ਰਾਏ ਜੀ ਪਹਿਲਾਂ ਹੀ ਚੱਲ ਵਸੇ ਹਨ। ਤੇ ਮਾਤਾ ਮਰਵਾਹੀ ਜੀ ਚਾਹੁੰਦੇ ਸਨ ਕਿ ਬਾਬਾ ਸੂਰਜਮਲ ਜੀ ਜਿਹੜੇ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੁੰਦੀ, ਕਿਉਂਕਿ ਮਾਤਾਵਾਂ ਹਨ ਤੇ ਆਪਣੇ ਪੁੱਤਰਾਂ ਦੇ ਨਾਲ ਪ੍ਰੇਮ ਹੁੰਦਾ ਹੀ ਹੈ ਕਿ ਉਹਨਾਂ ਨੂੰ ਸਤਿਕਾਰ ਮਿਲਦਾ, ਉਹ ਗੁਰੂ ਬਣਦੇ। ਹੁਣ ਜਦੋਂ ਖਬਰ ਪਹੁੰਚੀ ਹੈ, ਸੁਧ ਕੇ ਸੁਨਤ ਕੁਟੰਬ ਸਭ ਚਿੰਤਾ ਕੇ ਬਸ ਹੋਏ, ਮਾਤਾਵਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਚਿੰਤਾ ਪੈਦਾ ਹੋਈ ਹੈ। ਬਹੁਤ ਬਿਸੂਰਤ ਦੁਖੀ ਮਨ ਵਿਪਰੈ ਤੁਮ ਵਿਦ ਜੋਏ। ਤੇ ਦੋ ਗੱਲਾਂ ਦੇ ਭਾਰੀ ਮਨ ਦੇ ਵਿੱਚ ਚਿੰਤਾ ਹੈ। ਇੱਕ ਗੱਲ ਤਾਂ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸਰੀਰ ਛੱਡਣਗੇ। ਸਾਡੇ ਪਤੀ ਦਾ ਸਾਇਆ ਜਿਹੜਾ ਹੈ ਉਹ ਸਾਡੇ ਸਿਰ ਤੋਂ ਹਮੇਸ਼ਾ ਵਾਸਤੇ ਉੱਠ ਜਾਏਗਾ। ਸਾਡੇ ਪਤੀ ਪਰਮੇਸ਼ਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਣ ਸਰੀਰ ਛੱਡਣਾ ਹੈ। ਇੱਕ ਤਾਂ ਮਾਤਾਵਾਂ ਦੇ ਮਨ ਦੇ ਵਿੱਚ ਇਹ ਵਿਚਾਰ ਹੈ
ਤੇ ਦੂਸਰਾ ਇਹ ਹੈ ਕਿ ਸਾਡੇ ਜਿਹੜੇ ਸੁਪੁੱਤਰ ਸਨ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੁੰਦੀ ਤਾਂ ਚੰਗਾ ਹੈ, ਤਾਂ ਸੋਹਣਾ ਸੀਗਾ। ਹੁਣ ਇਹ ਦੋ ਤਰ੍ਹਾਂ ਦੀ ਜਿਹੜੀ ਚਿੰਤਾ ਹੈ, ਦੋ ਤਰ੍ਹਾਂ ਦੇ ਜਿਹੜੇ ਸ਼ੰਕੇ ਉਹ ਮਾਤਾ ਮਰਵਾਹੀ ਜੀ ਤੇ ਮਾਤਾ ਨਾਨਕੀ ਜੀ ਦੇ ਮਨ ਦੇ ਵਿੱਚ ਹਨ। ਜੋ ਪਾਈ ਭਾਈ ਸ਼ੁਭਤ ਔਰ ਮਸੁਨ ਮਰਵਾਹੀ। ਤੇ ਮਾਤਾ ਮਰਵਾਹੀ ਜੀ ਨੇ ਜਿਉਂ ਹੀ ਖਬਰ ਸੁਣੀ ਹੈ ਕਿ ਮੇਰੇ ਜਿਹੜੇ ਸਪੁੱਤਰ ਬਾਬਾ ਸੂਰਜਮਲ ਜੀ ਨੂੰ ਇਹ ਬਖਸ਼ਿਸ਼ ਨਹੀਂ ਪ੍ਰਾਪਤ ਹੋਈ, ਉਹ ਸੱਖਣੇ ਰਹਿ ਗਏ ਹਨ, ਤੇ ਇਸ ਕਰਕੇ ਮਾਤਾ ਮਰਵਾਹੀ ਜੀ ਘਬਰਾਏ ਹਨ। ਬਹੁਤ ਮਨ ਦੇ ਵਿੱਚ ਵੱਡੀ ਚਿੰਤਾ ਪੈਦਾ ਹੋਈ ਹੈ। ਜਿਸ ਕੋ ਹਿਤ ਹੋਇਓ ਕਿਮ ਨਾਹੀ। ਔਰ ਮਨ ਦੇ ਵਿੱਚ ਵਿਚਾਰਦੇ ਹਨ ਕਿ ਸਤਿਗੁਰਾਂ ਨੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਤੀ ਪਰਮੇਸ਼ਰ ਨੇ ਸਾਡੇ ਪਾਸੇ ਵਾਲੀ ਗੱਲ ਨਹੀਂ ਕੀਤੀ। ਗੁਰਤਾ ਗੱਦੀ ਜਿਹੜੀ ਹੈ ਉਹ ਮੇਰੇ ਪੁੱਤਰ ਨੂੰ ਨਹੀਂ ਬਖਸ਼ੀ ਹੈ। ਮੋਹਿ ਪੁੱਤਰ ਉਚਤੀ ਸਭ ਬਾਤ। ਤੇ ਮੇਰਾ ਪੁੱਤਰ ਜਿਹੜਾ ਬਾਬਾ ਸੂਰਜਮਲ ਹੈ ਸਾਰੇ ਤਰੀਕਿਆਂ ਦੇ ਨਾਲ ਉਚਿਤ ਸੀਗਾ, ਸਾਰੇ ਤਰ੍ਹਾਂ ਦੇ ਗੁਣ ਉਹਨਾਂ ਦੇ ਅੰਦਰ ਹਨ। ਧਾਰਤ ਗੁਣ ਰਿਦਾ ਅਵਦਾਤ। ਔਰ ਉਹਨਾਂ ਨੇ ਹਰ ਤਰ੍ਹਾਂ ਦੇ ਗੁਣ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਦੇ ਵਿੱਚ ਹਮੇਸ਼ਾ ਹੀ ਚੱਲੇ ਹਨ। ਧਾਰਤ ਗੁਣਨ ਤੇ ਹਮੇਸ਼ਾ ਹੁਕਮ ਦੀ ਪਾਲਣਾ ਕੀਤੀ ਹੈ, ਤੇ ਸਾਰੇ ਤਰ੍ਹਾਂ ਦੇ ਗੁਣ ਉਹਨਾਂ ਦੇ ਵਿੱਚ ਮੌਜੂਦ ਹਨ। ਰਿਦਾ ਅਵਦਾਤ ਕਹਿਣ ਲੱਗੇ ਕਿ ਬਹੁਤ ਖੁਸ਼ ਪ੍ਰਸੰਨਤਾ ਹਮੇਸ਼ਾ ਹੀ ਸਤਿਗੁਰਾਂ ਦੀ ਆਗਿਆ ਦੇ ਵਿੱਚ ਰਹੇ ਹਨ। ਲਖ ਅਵਕਾਸ਼ ਗੁਰੂ ਟਿਗ ਆਈ। ਔਰ ਹੁਣ ਇਹ ਇਤਰਾਜ਼ ਲੈ ਕਰਕੇ ਮਨ ਦੇ ਵਿੱਚ ਇਹ ਸ਼ੰਕਾ ਲੈ ਕਰਕੇ ਮਾਤਾ ਮਰਵਾਹੀ ਜੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ ਹਨ। ਬੈਠ ਆਪਣੀ ਬਿਰਥਾ ਸੁਣਾਈ। ਔਰ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਮਹਿਲ ਮਾਤਾ ਮਰਵਾਹੀ ਜੀ ਨੇ ਮਨ ਦੀ ਜਿਹੜੀ ਦਰਦ ਹੈ, ਮਨ ਦੀ ਜਿਹੜੀ ਵਿਚਾਰ ਹੈ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਿਆਨ ਕੀਤੀ ਹੈ। ਮੋਹ ਸੁਤ ਮੈਂ ਕਿਆ ਅਵਗੁਣ ਜਾਣਾ। ਹੇ ਪਤੀ ਪਰਮੇਸ਼ਰ, ਹੇ ਗਰੀਬ ਨਿਵਾਜ ਛੇਵੇਂ ਸਤਿਗੁਰੂ ਜੀਓ, ਸਾਡਾ ਜਿਹੜਾ ਸਪੁੱਤਰ ਹੈ ਬਾਬਾ ਸੂਰਜਮਲ ਜੀ, ਕਹਿਣ ਲੱਗੇ ਉਹਦੇ ਵਿੱਚ ਕਿਹੜਾ ਅਜਿਹਾ ਔਗਣ ਦੇਖ ਲਿਆ ਜਿਹਦੇ ਕਰਕੇ ਉਹਨਾਂ ਨੂੰ ਇਹ ਬਖਸ਼ਿਸ਼ ਨਹੀਂ ਕੀਤੀ ਗਈ, ਉਹਨਾਂ 'ਤੇ ਇਹ ਬਖਸ਼ਿਸ਼ ਨਹੀਂ ਹੋਈ। ਮੋਹ ਸੁਤ ਮੈਂ ਕਿਆ ਅਵਗੁਣ ਜਾਣਾ, ਮੇਰੇ ਪੁੱਤਰ ਦੇ ਵਿੱਚ ਕੀ ਐਸੀ ਘਾਟ ਸੀਗੀ ਜਿਸ ਤੇ ਰਾਖਿਓ ਸ਼ੂਸ ਸੁਜਾਨਾ। ਤੇ ਜਿਹੜੇ ਅਵਗੁਣ ਕਰਕੇ ਉਹਨਾਂ ਨੂੰ ਸੱਖਣੇ ਰੱਖਿਆ ਗਿਆ, ਉਹਨਾਂ ਨੂੰ ਵਾਂਝੇ ਰੱਖਿਆ ਗਿਆ ਹੈ। ਰਾਵਰ ਕੇ ਅਨਸਾਰੀ ਸਦਾ। ਔਰ ਹੇ ਪਾਤਸ਼ਾਹ, ਹੇ ਪਤੀ ਪਰਮੇਸ਼ਰ ਸਤਿਗੁਰੂ ਜੀਓ, ਹਮੇਸ਼ਾ ਤਾਂ ਸਾਰੀ ਜ਼ਿੰਦਗੀ ਦੇ ਵਿੱਚ ਬਾਬਾ ਸੂਰਜਮਲ ਜੀ ਵੀ ਤਾਂ ਤੁਹਾਡੇ ਹੁਕਮ ਦੇ ਵਿੱਚ ਹੀ ਚੱਲੇ ਹਨ। ਮਾਨਤ ਰਹਿਓ ਹੁਕਮ ਜਦ ਕਦਾ। ਤੇ ਜਦੋਂ ਕਦੇ ਜੈਸਾ ਕੈਸਾ ਆਪ ਜੀ ਦਾ ਹੁਕਮ ਹੋਇਆ ਤੇ ਸਾਡੇ ਸਪੁੱਤਰ ਬੜੇ ਆਗਿਆਕਾਰ, ਉਸੇ ਤਰ੍ਹਾਂ ਆਪ ਜੀ ਦਾ ਹੁਕਮ ਨੂੰ ਸਤ ਵਚਨ ਕਰਕੇ ਮੰਨਿਆ ਹੈ। ਜਿਸ ਕੋ ਚਿਤ ਸੇਵਾ ਮੈਂ ਰਹਿਓ। ਤੇ ਕਹਿਣ ਲੱਗੇ ਕਿ ਜਦੋਂ ਤੁਹਾਡੀ ਜਿਸ ਤਰ੍ਹਾਂ ਦੀ ਭਾਵਨਾ ਹੋਈ ਹੈ, ਜਿਸ ਤਰ੍ਹਾਂ ਦੀ ਤੁਹਾਡੀ ਆਗਿਆ ਹੋਈ ਹੈ, ਜਿਸ ਤਰ੍ਹਾਂ ਦੀ ਤੁਹਾਡੀ ਚਾਹਤ ਹੈ, ਉਸੇ ਤਰ੍ਹਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਹੀ ਪੁੱਤਰ ਰਿਹਾ ਹੈ। ਅੰਤ ਸਮੈ ਲਾ ਕੁਛ ਨੈ ਲਹਿਓ। ਪਰ ਹੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ, ਇਸ ਵੇਲੇ ਆਪ ਜੀ ਦਾ ਅੰਤਲਾ ਸਮਾਂ ਹੈ, ਅਗਲਾ ਗੁਰੂ ਤੁਸੀਂ ਥਾਪ ਦਿੱਤਾ ਹੈ, ਪਰ ਬਾਬਾ ਸੂਰਜਮਲ ਜੀ ਨੂੰ ਇਹ ਬਖਸ਼ਿਸ਼ ਕਿਉਂ ਨਹੀਂ ਦਿੱਤੀ ਗਈ ਹੈ। ਕਹਾ ਕਰਾਂਗੇ ਰਾਵਰ ਪਾਛੈ। ਔਰ ਸਤਿਗੁਰੂ ਜੀ, ਜਦੋਂ ਤੁਸੀਂ ਸੰਸਾਰ ਦੇ ਵਿੱਚੋਂ ਅਸੀਂ ਸਾਰੇ ਚਲੇ ਜਾਵਾਂਗੇ ਤੇ ਅਗਾਂਹ ਜਿਹੜੇ ਪੁੱਤਰ ਹਨ, ਕਹਾਂ ਕਰੇਂਗੇ ਰਾਵਰ ਪਾਛੈ। ਹੇ ਪਤੀ ਪਰਮੇਸ਼ਰ ਜੀ, ਤੁਹਾਡੇ ਤੋਂ ਬਿਨਾਂ, ਤੁਹਾਡੇ ਤੋਂ ਬਾਅਦ ਵਿੱਚ ਇਹ ਪੁੱਤਰ ਕਿਵੇਂ ਜਿਹੜਾ ਜੀਵਨ ਹੈ ਉਹ ਬਸਰ ਕਰਨਗੇ। ਗੁਜਰਾਨ ਚਲਾਵੈ ਆਛੈ। ਤੇ ਘਰ ਦਾ ਸੋਹਣਾ ਜਿਹੜਾ ਖਰਚਾ ਹੈ, ਜਾਂ ਕਹਿਣ ਲੱਗੇ ਕਿ ਕਿਮ ਗੁਜਰਾਨ ਚਲਾਵੇ ਆਛੈ, ਸੋਹਣਾ ਗੁਜਰਾਨ ਇਹਨਾਂ ਪੁੱਤਰਾਂ ਦਾ ਕਿਵੇਂ ਹੋਏਗਾ। ਕਰਕੇ ਖਰਚ ਅਨੇਕ ਪ੍ਰਕਾਰਾ।
हे ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਘਰ ਦੇ ਬਹੁਤ ਵੱਡੇ ਖਰਚੇ ਹਨ, ਬੜੀ ਸੰਗਤ ਆਉਂਦੀ ਹੈ ਔਰ ਸਪੁੱਤਰਾਂ ਦਾ ਵੀ ਬਹੁਤ ਵੱਡਾ ਸਤਿਕਾਰ ਹੈ। ਇਸ ਕਰਕੇ ਘਰ ਦਾ ਜਿਹੜਾ ਖਰਚਾ ਬਹੁਤ ਵੱਡਾ ਹੈ। ਆਪ ਲੇਖ ਸਭ ਸਾਰਾ। ਪਰ ਹੁਣ ਤਾਂ हे ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ, 3 ਸਪੁੱਤਰ, ਤੇ ਹੁਣ ਤਾਂ ਸਾਰਾ ਜਿਹੜਾ ਖਰਚਾ ਤੁਹਾਡੀ ਕਿਰਪਾ ਦੇ ਨਾਲ ਸਾਰਾ ਕੁਝ ਚੱਲੀ ਜਾ ਰਿਹਾ ਹੈ। ਲੰਗਰ ਚੱਲ ਰਹੇ ਹਨ, ਸੰਗਤ ਆ ਰਹੀ ਹੈ, ਛਕ ਰਹੀ ਹੈ, ਸਾਰਾ ਕੁਝ ਤੁਹਾਡੀ ਕਿਰਪਾ ਦੇ ਨਾਲ ਸਭ ਕੁਝ ਠੀਕ ਹੈ। ਪਰ ਪਾਤਸ਼ਾਹ ਜੀ ਗੁਰਤਾ ਗੱਦੀ ਪੋਤਰੇ ਨੂੰ ਬਖਸ਼ਿਸ਼ ਦਿੱਤੀ ਹੈ। ਇਹ 3 ਜਿਹੜੇ ਪੁੱਤਰ ਜਾਂ ਬਾਬਾ ਸੂਰਜਮਲ ਜੀ, ਇਹਨਾਂ ਦਾ ਘਰ ਕਿਵੇਂ ਚੱਲੇਗਾ? ਇਹਨਾਂ ਦਾ ਕੀ ਸਾਧਨ ਹੈ? ਕਿਸ ਢੰਗ ਦੇ ਨਾਲ ਗੁਜ਼ਾਰਾ ਕਰਨਗੇ? ਜਗ ਗੁਰ ਸਭ ਤੇ ਅਹੋ ਬਡੇਰੇ। ਤੇ ਕਹਿਣ ਲੱਗੇ ਕਿ हे ਪਾਤਸ਼ਾਹ, ਇਹ ਜਿਹੜੇ ਮੇਰਾ ਪੁੱਤਰ ਹੈ, ਇਹ ਸਾਰਿਆਂ ਦੇ ਵਿੱਚੋਂ ਵਡੇਰਾ ਵੱਡਾ ਹੈ ਔਰ ਬੇਅੰਤ ਭੇਟਾਵਾਂ। ਸਤਿਗੁਰੂ ਜੀ, ਜਦੋਂ ਤਾਂ ਤੁਸੀਂ ਗੁਰੂ ਹੋ ਤੇ ਬੇਅੰਤ ਸੰਗਤ ਭੇਟਾਵਾਂ ਲੈ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੀ ਹੈ। ਪੁੱਤਰ ਆਪ ਕੇ ਜੇ ਇਮਰ ਹੈ। ਤੇ ਸਤਿਗੁਰੂ ਜੀ, ਜੇ ਤੁਹਾਡੇ ਪੁੱਤਰ ਹੁਣ ਸਖਣੇ ਰਹਿ ਜਾਣਗੇ, ਖਾਲੀ ਰਹਿ ਜਾਣਗੇ, ਵੇਖੈ ਨਰ ਤਬ ਕਿਆ ਜਸ ਕਹੈ। ਔਰ ਫਿਰ ਸੰਗਤ ਦੇ ਵਿੱਚ ਵੀ ਉਹਨਾਂ ਦਾ ਕੀ ਮਾਣ ਰਹਿ ਜਾਏਗਾ, ਕੀ ਸਤਿਕਾਰ ਰਹਿ ਜਾਏਗਾ। ਹਮੇਸ਼ਾ ਹੁਕਮ ਦੇ ਵਿੱਚ ਰਹੇ ਹਨ ਬਾਬਾ ਸੂਰਜਮਲ ਜੀ, ਹਮੇਸ਼ਾ ਹੁਕਮ ਦੇ ਵਿੱਚ ਚੱਲੇ ਹਨ। ਤੇ ਸੰਗਤ ਉਹਨਾਂ ਬਾਰੇ ਕੀ ਵਿਚਾਰ ਕਰੇਗੀ ਕਿ ਪਾਤਸ਼ਾਹ ਜੀ ਨੇ ਪੁੱਤਰਾਂ ਨੂੰ ਕਿਉਂ ਨਹੀਂ ਚੁਣਿਆ ਹੈ, ਕਿਉਂ ਉਹਨਾਂ ਨੂੰ ਵਾਂਝੇ ਰੱਖ ਦਿੱਤਾ? ਸਤਿਗੁਰੂ ਜੀ, ਸੰਗਤਾਂ ਦੇ ਮਨਾਂ ਦੇ ਵਿੱਚ ਪੁੱਤਰਾਂ ਦਾ ਜਿਹੜਾ ਸਤਿਕਾਰ ਬਹੁਤ ਘਟ ਜਾਏਗਾ। ਮਨ ਦੇ ਵਿੱਚ ਸਾਰੇ ਵਿਚਾਰ ਕਰਨਗੇ ਕਿ ਪਾਤਸ਼ਾਹ ਜੀ ਨੇ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਚੁਣਿਆ ਹੈ। ਇਸ ਕਰਕੇ ਗਰੀਬ ਨਿਵਾਜ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਪੁੱਤਰਾਂ ਨੂੰ ਇਹ ਜਿਹੜੀ ਬਖਸ਼ਿਸ਼ ਹੈ ਬਾਬਾ ਸੂਰਜਮਲ ਜੀ ਨੂੰ ਮਿਲਣੀ ਚਾਹੀਦੀ ਸੀਗੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਗੁਜਰਾਨ ਹੈ, ਗੁਜ਼ਾਰਾ ਹੈ, ਇਹ ਮੰਦਾ ਪੈ ਜਾਏਗਾ। ਬੇਅੰਤ ਸੰਗਤ ਇਹਨਾਂ ਦੇ ਕੋਲ ਵੀ ਆ ਰਹੀ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਜੀ, ਇਹ ਕਿਵੇਂ ਸਾਰਾ ਕੁਝ ਚੱਲੇਗਾ? ਔਰ ਸਤਿਗੁਰੂ ਜੀ ਹਮੇਸ਼ਾ ਹੀ ਤੁਹਾਡੇ ਚਰਨਾਂ ਦੇ ਵਿੱਚ ਰਹੇ ਹਨ ਤੇ ਤੁਹਾਡੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਵੀ ਗਏ ਹਨ। ਤੇ ਸਤਿਗੁਰੂ ਜੀਓ, ਹੋਰ ਇਹਨਾਂ ਨੇ ਕੋਈ ਵਪਾਰ ਦਾ, ਕੋਈ ਕਾਰੋਬਾਰ ਕਿਸੇ ਹੋਰ ਢੰਗ ਦਾ ਨਾ ਕਿਸੇ ਦੇ ਵਿੱਚ ਪਏ ਤੇ ਨਾ ਕਿਸੇ ਤਰ੍ਹਾਂ ਦਾ ਕੁਝ ਸਿੱਖਿਆ ਹੈ। ਕਹਿਣ ਲੱਗੇ ਤਬ ਇਹ ਕਹਾਂ ਕ੍ਰਿਤ ਕੋ ਠਾਨ, ਤੁਹਾਡੇ ਜਾਣ ਤੋਂ ਬਾਅਦ ਕਿਵੇਂ ਇਹ ਗੁਜ਼ਾਰਾ ਕਰਨਗੇ, ਕਿਵੇਂ ਇਹਨਾਂ ਦਾ ਸਾਰਾ ਕੁਝ ਇਹ ਚੱਲੇਗਾ? ਤੇ ਇਹਨਾਂ ਨੇ ਤੁਹਾਡੇ ਚਰਨਾਂ ਦੇ ਵਿੱਚ ਰਹਿ ਕਰਕੇ ਸੇਵਾ ਕੀਤੀ ਹੈ, ਤੁਹਾਡੇ ਚਰਨਾਂ ਦਾ ਭਰੋਸਾ ਆਸਰਾ ਹੈ ਤੇ ਹੋਰ ਕਦੇ ਵੀ ਕੋਈ ਹੋਰ ਕ੍ਰਿਤ ਨਹੀਂ ਕੀਤੀ, ਹੋਰ ਕੋਈ ਕੰਮ ਵਾਲੇ ਪਾਸੇ ਨਹੀਂ ਗਏ ਹਨ। ਔਰ हे ਪਾਤਸ਼ਾਹ ਜੀ, ਤੁਸੀਂ ਸਮਰੱਥ ਹੋ ਤੇ ਤੁਹਾਡੀ ਮਿਹਰ, ਤੁਹਾਡੀ ਕਿਰਪਾ ਦੇ ਨਾਲ ਪਹਿਲਾਂ ਤਾਂ ਸਾਰਾ ਕੁਝ ਚੱਲਦਾ ਰਿਹਾ ਹੈ, ਪਰ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਬੜੀ ਵੱਡੀ ਚਿੰਤਾ ਹੈ ਕਿ ਪੁੱਤਰ ਬਾਬਾ ਸੂਰਜਮਲ ਜੀ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਇਸ ਤਰ੍ਹਾਂ ਦੀ ਚਿੰਤਾ, ਇਸ ਤਰ੍ਹਾਂ ਦੀ ਵਿਚਾਰ ਮਾਤਾ ਮਰਵਾਹੀ ਜੀ ਗਰੀਬ ਨਿਵਾਜ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਹੇ ਹਨ। ਇਹ ਮਾਲਕ ਪੁੱਤਰ ਤੁਮਾਰੇ। ਤੇ ਪਾਤਸ਼ਾਹ ਜੀ ਅਸਲ ਦੇ ਵਿੱਚ ਬਾਬਾ ਸੂਰਜਮਲ ਜੀ ਇਸ ਬਖਸ਼ਿਸ਼ ਦੇ ਕਹਿਣ ਲੱਗੇ ਇਹ ਮਾਲਕ ਥੇ ਪੁੱਤਰ ਤੁਮਾਰੇ। ਇਹ ਪੁੱਤਰ ਅਸਲ ਦੇ ਵਿੱਚ ਮਾਲਕ ਸਨ। ਸਭ ਵਿਦ ਛੂਛੇ ਰਾਖ ਲਚਾਰੇ। ਔਰ ਪਰ ਹੁਣ ਹਰ ਵਿਧੀ ਦੇ ਕਰਕੇ ਪਾਤਸ਼ਾਹ ਜੀ ਖਾਲੀ ਰਹਿ ਗਏ ਹਨ, ਕੁਛ ਵੀ ਪ੍ਰਾਪਤ ਨਹੀਂ ਹੋਇਆ। ਸਭ ਵਿਦ ਛੂਛੇ ਰਾਖ ਲਾਚਾਰੇ। ਆਉਣ ਵਾਲੇ ਸਮੇਂ ਦੇ ਵਿੱਚ ਬੇਸਹਾਰਾ ਤੇ ਲਾਚਾਰ ਹੋ ਜਾਣਗੇ। ਗਰੀਬ ਨਿਵਾਜ ਇਹਨਾਂ ਨੂੰ ਬਖਸ਼ਿਸ਼ ਕਿਉਂ ਨਹੀਂ ਮਿਲੀ ਹੈ? ਕਹਾ ਕਰੈ ਅਬ ਦੇਹ ਬਤਾਏ। ਇਹ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀਓ ਕਿਰਪਾ ਕਰੋ, ਫਰਮਾਓ ਕਿ ਇਹਨਾਂ ਬਾਰੇ ਤੁਸੀਂ ਕੀ ਵਿਚਾਰਿਆ ਹੈ, ਕੀ ਸੋਚਿਆ ਹੈ? ਜਥਾ ਜੀਵ
ਕਾ ਇਹ ਚਲਾਏ। ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਗੁਜ਼ਾਰਾ, ਕਿਵੇਂ ਸਾਰਾ ਪ੍ਰਬੰਧ ਚੱਲੇਗਾ, ਕਿਸ ਤਰ੍ਹਾਂ ਇਹ ਗੁਜਰਾਨ ਹੋਏਗਾ। ਪੁੱਤਰਾ ਮਾਲਿਕ ਆਪ ਬਣਾਏ ਹੋ। ਔਰ ਪਾਤਸ਼ਾਹ ਜੀ ਤੁਸੀਂ ਪੁੱਤਰਾਂ ਨੂੰ ਛੱਡ ਕੇ ਤੇ ਪੋਤਰੇ ਨੂੰ ਸਭ ਕੁਝ ਦਾ ਮਾਲਕ ਤੇ ਗੁਰੂ ਬਣਾ ਦਿੱਤਾ ਹੈ। ਕਹਿਣ ਲੱਗੇ ਪੋਤਰਾ ਮਾਲਕ ਆਪ ਬਣਾਇਓ, ਤੁਸੀਂ ਆਪ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਠਾਇਆ ਹੈ। ਗੁਰਤਾ ਦੇ ਕਰ ਬਹੁ ਬਿਦਤਾਇਓ। ਤੇ ਸਾਰੀ ਸੰਗਤ ਨੂੰ ਬੁਲਾ ਕਰਕੇ ਇਤਨਾ ਵੱਡਾ ਇਕੱਠ ਹੋਇਆ ਹੈ ਤੇ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਗੁਰੂ ਥਾਪਿਆ ਤੇ ਸਾਰੀਆਂ ਸੰਗਤਾਂ ਉਹਨਾਂ ਦੇ ਅੱਗੇ ਝੁਕਾ ਦਿੱਤੀਆਂ ਹਨ ਤੇ ਸਾਰੀਆਂ ਭੇਟਾਵਾਂ ਹੁਣ ਉਹਨਾਂ ਦੇ ਅੱਗੇ ਸੰਗਤ ਨੇ ਰੱਖੀਆਂ ਹਨ। ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਤਾਂ ਸੰਗਤ ਉਹਨਾਂ ਦੇ ਨਾਲ ਜੁੜ ਗਈ, ਪਰ ਇਹਨਾਂ ਦਾ ਕੀ ਬਣੇਗਾ। ਜੈ ਸ਼ਰੀਕਨ ਕੋ ਮਨ ਜਾਣੈ। ਔਰ ਬਾਅਦ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਹਰਿਰਾਏ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ ਬਾਬਾ ਅਣੀ ਰਾਏ ਜੀ ਨੂੰ, ਬਾਬਾ ਸੂਰਜਮਲ ਜੀ ਨੂੰ ਔਰ ਗੁਰੂ ਤੇਗ ਬਹਾਦਰ ਜੀ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਸ਼ਰੀਕਾਂ ਦੀ ਤਰ੍ਹਾਂ ਚਚੇਰੇ ਜਿਹੜੇ ਹੁੰਦੇ ਹਨ ਉਹ ਇੱਕ ਸ਼ਰੀਕ ਬਣ ਜਾਂਦੇ ਹਨ, ਬਹੁਤਾ ਧਿਆਨ ਨਹੀਂ ਦੇਣਗੇ ਤੇ ਇਸ ਤਰ੍ਹਾਂ ਸ਼ਰੀਕਾ ਜਿਹੜਾ ਹੈ ਉਹ ਪੈਦਾ ਹੋਏਗਾ। ਗਰੀਬ ਨਿਵਾਜ ਪਾਤਸ਼ਾਹ ਜੀ ਤੁਸਾਂ ਮਨ ਦੇ ਵਿੱਚ ਕੀ ਵਿਚਾਰ ਕੇ ਅਜਿਹਾ ਜਿਹੜਾ ਕਾਰਜ ਅਗਲਾ ਗੁਰੂ ਥਾਪਣ ਦਾ ਕੀਤਾ ਹੈ। ਔਰ ਇਹ ਕੀ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਹਰਿਰਾਏ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ ਇਹਨਾਂ ਦਾ ਖਿਆਲ ਰੱਖਣਗੇ, ਧਿਆਨ ਰੱਖਣਗੇ ਤੇ ਸਾਰੇ ਪਰਿਵਾਰ ਨੂੰ ਇਕੱਠਿਆ ਰੱਖਣਗੇ ਆਪਣੇ ਕੋਲ ਔਰ ਇਹਨਾਂ ਦਾ ਵੀ ਸਤਿਕਾਰ ਕਰਨਗੇ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰਹਿਮਤ ਕਰਕੇ ਸਮਝਾਵੋ ਜੀ। ਸੁਨ ਸ੍ਰੀ ਹਰਗੋਬਿੰਦ ਬਖਾਨੀ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਮਰਵਾਹੀ ਜੀ ਦੀ ਇਹ ਜਿਹੜੀ ਬੇਨਤੀ ਹੈ, ਇਹ ਜਿਹੜਾ ਇਤਰਾਜ਼ ਹੈ ਜਾਂ ਆਪਣੇ ਪੁੱਤਰ ਦੇ ਨਾਲ ਜਿਹੜਾ ਲਗਾਵ ਹੈ, ਉਹਨਾਂ ਨੂੰ ਉਸ ਨੂੰ ਦੇਖਿਆ ਹੈ ਤੇ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਰਸਨਾ ਤੋਂ ਬੋਲੇ ਹਨ। ਕਿਉਂ ਚਿੰਤਾ ਚਿਤਕੀਨ ਮਹਾਨੀ। ਕਹਿਣ ਲੱਗੇ ਹੇ ਮਰਵਾਹੀ ਜੀ, ਕਿਉਂ ਮਨ ਦੇ ਵਿੱਚ ਇੰਨੀ ਵੱਡੀ ਚਿੰਤਾ ਕਰ ਰਹੇ ਹੋ, ਕਿਉਂ ਉਦਾਸ ਹੋਏ ਹੋ। ਮਤ ਸੰਭਾਤ ਤਿਆਗ ਔਰ ਦੀਜੈ। ਕਹਿਣ ਲੱਗੇ ਮਨ ਦੇ ਵਿੱਚ ਇਹ ਜਿਹੜਾ ਸ਼ੰਕਾ ਹੈ, ਮਨ ਦੀਆਂ ਜਿਹੜੀਆਂ ਵਿਚਾਰਾਂ ਨਾ ਇਹ ਛੱਡ ਦਿਓ। ਇਸ ਤਰ੍ਹਾਂ ਦੇ ਖਿਆਲ ਆਪਣੇ ਮਨ ਦੇ ਵਿੱਚ ਨਾ ਲੈ ਕਰਕੇ ਆਓ ਜੀ। ਨਹੀਂ ਸ਼ੋਭ ਕੋ ਮਨ ਮੈਂ ਕੀਜੈ। ਤੇ ਕਿਸੇ ਤਰ੍ਹਾਂ ਘਬਰਾਓ ਨਾ, ਕਿਸੇ ਤਰ੍ਹਾਂ ਦਾ ਇਤਰਾਜ਼ ਮਨ ਦੇ ਵਿੱਚ ਨਾ ਰੱਖੋ। ਪਰਮੇਸ਼ਰ ਮਾਲਕ ਨੂੰ ਇਹ ਚਾਹਿਆ ਤੇ ਸਾਰਾ ਕੁਝ ਇਸ ਤਰ੍ਹਾਂ ਹੋਇਆ ਹੈ। ਗੁਰ ਕੇ ਸਿੱਖ ਜੇ ਸਿਦਕ ਕਮਾਵੈ। ਜਿਹੜਾ ਵੀ ਕੋਈ ਗੁਰੂ ਘਰ ਦੇ ਵਿੱਚ ਸਿਦਕ ਕਮਾਉਣ ਵਾਲਾ ਹੈ, ਜਿਹੜਾ ਵੀ ਗੁਰੂ ਘਰ ਦੇ ਵਿੱਚ ਕੋਈ ਭਾਵਨਾ ਦੇ ਨਾਲ ਸੇਵਾ ਸਿਮਰਨ ਕਰਨ ਵਾਲਾ ਹੈ ਤੇ ਪਰਮਾਤਮਾ ਦੇ ਵਿੱਚ ਅਭੇਦ ਹੈ, ਬੰਦਗੀ ਕਰਨ ਵਾਲਾ ਹੈ, ਗੁਰ ਕੇ ਸਿੱਖ ਜੇ ਸਿਦਕ ਕਮਾਵੈ। ਜਿਹੜਾ ਕੋਈ ਗੁਰੂ ਕਾ ਸਿੱਖ ਹੈ ਤੇ ਸਿੱਖੀ ਕਮਾਉਂਦਾ ਹੈ, ਸਿਦਕ ਕਮਾਉਂਦਾ ਹੈ, ਕਹਿਣ ਤੋਂ ਭਾਵ ਜਿਨ੍ਹਾਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਦੈਵੀ ਗੁਣ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਗਏ ਹਨ। ਤਿਨ ਪਰਵਾਹ ਨਾ ਸਭ ਕਿਛ ਪਾਵੈ। ਉਹਨਾਂ ਨੂੰ ਕਦੇ ਕਿਸੇ ਦੀ ਪਰਵਾਹ ਨਹੀਂ ਹੁੰਦੀ। ਉਹ ਕਦੇ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਮਨ ਦੇ ਵਿੱਚ ਲੈ ਕਰਕੇ ਨਹੀਂ ਆਉਂਦੇ। ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਗੁਜ਼ਾਰਾ ਚੱਲੇਗਾ, ਇਹ ਸਾਰਾ ਕੁਝ ਕਿਵੇਂ ਹੋਏਗਾ। ਤਿੰਨ ਪਰਵਾਹ ਨਾ ਸਭ ਕੁਛ ਪਾਵੈ। ਤੇ ਕੋਈ ਪਰਮਾਤਮਾ ਦੇ ਵਿੱਚ ਜਿਹੜਾ ਅਭੇਦ ਹੈ ਨਾ, ਉਹ ਸਾਰਾ ਕੁਝ ਉਹਨੂੰ ਪ੍ਰਾਪਤ ਹੋ ਜਾਂਦਾ ਹੈ, ਉਹ ਲੈ ਲੈਂਦਾ ਹੈ। ਲੋਕਨ ਕੇ ਸੁਖ ਕੋ ਲੇਤ। ਔਰ ਸੰਸਾਰ ਦੇ ਪਦਾਰਥ ਤਾਂ ਕੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਜਿਹੜਾ ਸਿੱਖੀ ਜਿਹਨੇ ਕਮਾਈ ਹੈ ਨਾ, ਜਿਹੜਾ ਪਰਮਾਤਮਾ ਦੀ ਬੰਦਗੀ ਦੇ ਵਿੱਚ ਤੇ ਸਿਮਰਨ ਦੇ ਵਿੱਚ ਲੀਨ ਹੈ। ਹੇ ਮਾਤਾ ਮਰਵਾਹੀ ਜੀ, ਤੁਸੀਂ ਤਾਂ ਸੰਸਾਰ ਦੇ ਪਦਾਰਥਾਂ ਦੀ ਗੱਲ ਕਰ ਰਹੇ ਹੋ। ਅਸਲ ਦੇ ਵਿੱਚ ਲੋਕ ਤੇ ਪਰਲੋਕ ਦੇ ਆਨੰਦ ਖੇੜੇ ਸੁੱਖ ਉਹ ਪੁਰਸ਼ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਸਿੱਖੀ ਕਮਾਉਂਦਾ ਹੈ, ਜਿਹੜਾ ਸਿਦਕ ਕਮਾ ਲੈਂਦਾ ਹੈ। ਕਮੀ ਨਾ ਕੋਈ ਰਹਿ ਨਿਕੇਤ। ਔਰ ਜਿਹੜਾ ਕੋਈ ਸਿੱਖੀ ਦੇ ਵਿੱਚ ਭਿੱਜਿਆ ਹੋਇਆ ਹੈ, ਬੰਦਗੀ ਦੇ ਵਿੱਚ ਸਿਮਰਨ ਦੇ ਵਿੱਚ ਲੀਨ ਹੈ,
ਤੇ ਕਹਿਣ ਲੱਗੇ ਉਹ ਕਦੇ ਪਰਵਾਹ ਨਹੀਂ ਕਰਦਾ ਤੇ ਉਹਨਾਂ ਦੇ ਘਰਾਂ ਦੇ ਵਿੱਚ ਕਮੀ ਨਾ ਕੋਈ ਰਹਿ ਨਕੇਤ। ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ, ਕਿਸੇ ਤਰ੍ਹਾਂ ਦੀ ਕਮੀ ਥੁੜ ਜਿਹੜੀ ਹੈ ਪ੍ਰਭੂ ਦੇ ਪਿਆਰਿਆਂ ਦੇ ਘਰਾਂ ਦੇ ਵਿੱਚ ਕਦੇ ਨਹੀਂ ਰਹਿੰਦੀ ਹੈ। ਇਹ ਗੁਰ ਕੇ ਸੁਤ ਸਭ ਕਿਛ ਲਾਇਕ। ਔਰ ਇਹ ਤਾਂ ਜਿਹੜੇ ਸਪੁੱਤਰ ਹਨ ਇਹ ਸਭ ਤਰ੍ਹਾਂ ਦੇ ਨਾਲ ਲਾਇਕ ਹਨ, ਇਹ ਗੁਣਾਂ ਦੇ ਵਿੱਚ ਸੰਪੰਨ ਹਨ। ਇਹਨਾਂ ਦੇ ਅੰਦਰ ਨਿਮਰਤਾ ਵੀ ਹੈ, ਗੁਣ ਵੀ ਹੈ, ਇਹਨਾਂ ਨੇ ਸੇਵਾ ਵੀ ਕੀਤੀ ਹੈ, ਬੰਦਗੀ ਵੀ ਕੀਤੀ ਹੈ। ਕਹਿਣ ਲੱਗੇ ਇਹ ਗੁਰ ਕੋ ਸੁਤ ਸਭ ਕਿਛ ਲਾਇਕ, ਇਹ ਸਾਰਾ ਕੁਛ ਪ੍ਰਾਪਤ ਕਰਨ ਦੀ ਸਮਰੱਥਾ ਰੱਖਦੇ ਹਨ। ਸਕਲ ਸੰਗਤਾਂ ਚਰਨ ਮਨਾਇਕ। ਔਰ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਇਹਨਾਂ ਦਾ ਵੀ ਸਤਿਕਾਰ ਕਰਨਗੀਆਂ, ਇਹਨਾਂ ਦਾ ਵੀ ਮਾਣ ਕਰਨਗੀਆਂ, ਇਹਨਾਂ ਦਾ ਬਹੁਤ ਵੱਡਾ ਜਸ। ਇਹ ਨਹੀਂ ਹੈ ਕਿ ਕੇਵਲ ਜਸ ਉਹਨਾਂ ਦਾ ਹੀ ਹੋਏਗਾ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੇਗੀ, ਨਹੀਂ। ਜਿਹੜਾ ਵੀ ਕੋਈ ਸਿਦਕ ਕਮਾਏਗਾ, ਜਿਹੜਾ ਵੀ ਕੋਈ ਭਾਵਨਾ ਦੇ ਨਾਲ ਸੇਵਾ ਕਰੇਗਾ, ਉਹਦਾ ਜਸ ਪੂਰੀ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਹੋਏਗਾ। ਆਪਾਂ ਕਈ ਵਾਰੀ ਬਚਨ ਇਤਿਹਾਸ ਦੇ ਵਿੱਚੋਂ ਪਹਿਲਾਂ ਵੀ ਇਹ ਉਦਾਹਰਨ ਸਾਂਝੀ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਬਾਬਾ ਬੁੱਢਾ ਸਾਹਿਬ ਜੀ, ਕਿਹੜਾ ਕੋਈ ਗੁਰਤਾ ਗੱਦੀ ਪ੍ਰਾਪਤ ਹੋਈ ਹੈ ਜਾਂ ਕਦੇ ਮੰਗੀ ਹੈ ਜਾਂ ਮਿਲੀ ਹੈ, ਪਰ ਬਹੁਤ ਵੱਡਾ ਜਸ, ਉਪਮਾ, ਵਡਿਆਈ ਜਗਤ ਦੇ ਵਿੱਚ ਉਦੋਂ ਵੀ ਹੋਈ ਹੈ ਤੇ ਅੱਜ ਤੱਕ ਹੋ ਰਹੀ ਹੈ, ਆਉਣ ਵਾਲੇ ਸਮੇਂ ਤੱਕ ਹੁੰਦੀ ਰਹੇਗੀ। ਜਿਹੜਾ ਕੋਈ ਗੁਣ ਕਮਾਉਂਦਾ ਇਹਨਾਂ ਸਿੱਖੀ ਭਾਵਨਾ ਦੇ ਨਾਲ, ਸਿਦਕ ਦੇ ਨਾਲ ਸੇਵਾ ਕਰਦਾ ਹੈ, ਉਹਦਾ ਸਤਿਕਾਰ ਦੁਨੀਆ ਦੇ ਵਿੱਚ ਹੁੰਦਾ ਹੈ, ਉਹਦੇ ਬਚਨ ਵੀ ਅਟੱਲ ਹੁੰਦੇ ਹਨ ਤੇ ਉਹਦੀ ਬਹੁਤ ਵੱਡੀ ਕੀਰਤੀ ਹੁੰਦੀ ਹੈ, ਪ੍ਰਗਟ ਹੁੰਦੀ ਹੈ। ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਸਕਲ ਸੰਗਤਾਂ ਚਰਨ ਮਨਾਇਕ। ਜਿਹੜਾ ਵੀ ਗੁਰੂ ਕੀ ਸਿੱਖੀ ਕਮਾਉਂਦਾ ਹੈ, ਬੰਦਗੀ ਦੇ ਵਿੱਚ ਲੀਨ ਹੈ, ਸਾਰੀਆਂ ਸੰਗਤਾਂ ਉਹਨਾਂ ਦਾ ਸਤਿਕਾਰ ਕਰਦੀਆਂ ਹਨ, ਉਹਨਾਂ ਦੇ ਚਰਨਾਂ ਦੇ ਨਾਲ ਜੁੜਦੀਆਂ ਹਨ। ਔਰ ਇਹਨਾਂ ਸਪੁੱਤਰਾਂ ਨੂੰ ਤਾਂ ਇਹਨਾਂ ਛੋਟੇ ਮੋਟੇ ਪਦਾਰਥਾਂ ਦੀ ਕੋਈ ਪਰਵਾਹ ਨਹੀਂ ਹੈ। ਜਿਹੜਾ ਪ੍ਰਭੂ ਦਾ ਪਿਆਰਾ ਹੋ ਜਾਏ ਨਾ, ਮਾਲਕ ਦੇ ਵਿੱਚ ਅਭੇਦ ਹੋ ਜਾਏ, ਉਹ ਇਹਨਾਂ ਪਦਾਰਥਾਂ ਦੀ ਪਰਵਾਹ ਨਹੀਂ ਕਰਦਾ। ਪਦਾਰਥ ਤਾਂ ਉਹਨਾਂ ਦੇ ਪਿੱਛੇ ਪਿੱਛੇ ਦੌੜਦੇ ਹਨ। ਇਹ ਸੰਸਾਰ ਦੀਆਂ ਚੀਜ਼ਾਂ, ਸੰਸਾਰ ਦੀਆਂ ਦੌਲਤਾਂ ਤਾਂ ਉਹਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਹਨ। ਜਿਹੜਾ ਪ੍ਰਭੂ ਦਾ ਦਾਸ ਬਣ ਜਾਏ, ਜਿਹੜਾ ਮਾਲਕ ਦੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਭੇਦ ਹੋ ਜਾਏ। ਇਹਨਾਂ ਪੁੱਤਰਾਂ ਦਾ ਸੰਬੰਧ ਅਕਾਲ ਪੁਰਖ ਦੇ ਨਾਲ ਹੈ, ਪਰਮਾਤਮਾ ਦੇ ਨਾਲ ਹੈ। ਤੁਸੀਂ ਇਹਨਾਂ ਦੀ ਕਿਸੇ ਵੀ ਤਰੀਕੇ ਦੀ ਪਰਵਾਹ ਨਾ ਕਰੋ ਜੀ। ਸਰਬ ਪਦਾਰਥ ਹਵੈ ਘਰ ਮਾਹੂ। ਔਰ ਇਹਨਾਂ ਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣੀ ਹੈ। ਸਾਰਾ ਕੁਛ ਇਹਨਾਂ ਦੇ ਘਰ ਦੇ ਵਿੱਚ ਹੋਣਾ ਹੈ। ਪ੍ਰਭੂ ਦੀ ਕਿਰਪਾ ਦੇ ਨਾਲ ਥੋੜ੍ਹ ਕੋਈ ਰਹਿ ਨਹੀਂ ਜਾਂਦੀ ਪ੍ਰਭੂ ਦੇ ਪਿਆਰੇ ਦੇ ਘਰ ਦੇ ਵਿੱਚ। ਕਹਿਣ ਲੱਗੇ ਇਹਨਾਂ ਨੂੰ ਵੀ ਕਿਸੇ ਪਦਾਰਥ ਦੀ ਕਮੀ ਨਹੀਂ ਆਏਗੀ ਜੀ। ਗੁਰਤਾ ਕੀ ਦੀਰਘ ਵਡਿਆਈ। ਔਰ ਜਿਹੜੀ ਗੁਰਤਾ ਦੀ ਗੱਲ ਹੈ, ਇਹ ਬੜੀ ਦੀਰਘ ਹੈ, ਬੜੀ ਵਿਸ਼ਾਲ ਹੈ, ਇਹ ਸਾਡੀ ਸਮਝ ਤੋਂ ਬੜੀ ਪਰੇ ਹੈ। ਗੁਰਤਾ ਗੱਦੀ ਜਿਹੜੀ ਨਸੀਬ ਹੋਣੀ ਹੈ ਜਾਂ ਜਿਹੜੀ ਗੁਰਤਾ ਗੱਦੀ ਮਿਲਣੀ ਹੈ, ਇਹ ਨਾ ਚਤੁਰਾਈ ਦੇ ਨਾਲ, ਨਾ ਕਿਸੇ ਸੰਸਾਰ ਦੇ ਹੋਰ ਢੰਗ ਤਰੀਕੇ ਦੇ ਨਾਲ ਨਹੀਂ। ਇਹ ਤਾਂ ਧੁਰੋਂ ਦਰਗਾਹੋਂ ਇਹ ਬਖਸ਼ਿਸ਼ ਹੈ। ਤੇ ਜਿਹਨੂੰ ਉਸ ਮਾਲਕ ਨੂੰ, ਪਰਮਾਤਮਾ ਨੂੰ ਭਾਉਂਦਾ ਹੈ, ਉਸ ਨੂੰ ਇਹ ਸਤਿਕਾਰ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉੱਥੇ ਪ੍ਰਵੇਸ਼ ਕਰਦੀ, ਉਸ ਸਰੀਰ ਰੂਪੀ ਘਰ ਦੇ ਵਿੱਚ ਜਾਂਦੀ ਹੈ। ਜਿਹੜਾ ਪਰਮੇਸ਼ਰ ਨੂੰ ਭਾ ਜਾਵੇ, ਜਿਹੜਾ ਉਹਨੂੰ ਚੰਗਾ ਲੱਗੇ। ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ, ਗੁਰਤਾ ਕੀ ਦੀਰਘ ਵਡਿਆਈ। ਗੁਰੂ ਦੀ ਜਿਹੜੀ ਵਡਿਆਈ ਹੈ, ਗੁਰਤਾ ਗੱਦੀ ਜਿਹੜੀ ਜਾਣੀ ਹੈ ਜੇ ਸਰੀਰ ਦੇ ਵਿੱਚ, ਇਹ ਵਿਚਾਰਾਂ ਬੜੀਆਂ ਵਿਸ਼ਾਲ ਹਨ। ਸੋ ਪ੍ਰਭ ਕੇ ਕਰ ਹੈ ਸਦਾਈ। ਔਰ ਇਹ ਤਾਂ ਸਿੱਧਾ ਉਸ ਪਰਮਾਤਮਾ ਦੇ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ, ਜਿਸ ਸਰੀਰ ਤੇ ਉਸ ਮਾਲਕ ਨੇ ਮਿਹਰਬਾਨ ਹੋਣਾ ਹੈ। ਜੋ ਲਾਇਕ ਸੋਈ ਤਿਸ ਪਾਵੈ। ਤੇ ਜਿਹੜਾ ਲਾਇਕ ਹੈ, ਜਿਹੜਾ ਚੰਗਾ ਹੈ, ਜਿਹੜਾ ਉਸ ਮਾਲਕ ਨੂੰ ਪਾਇਆ ਜਿਹਦੇ ਤੇ ਉਹਨੇ ਬਖਸ਼ਿਸ਼ ਕੀਤੀ ਹੈ, ਇਹ ਧੁਰ ਦਰਗਾਹੋਂ ਇਹ ਪਰਮਾਤਮਾ ਦੀ ਬਖਸ਼ਿਸ਼ ਹੈ। ਤੇ ਕਹਿਣ ਲੱਗੇ ਕਿ ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੀ ਭਾਗਾਂ ਦੇ ਵਿੱਚ ਲਿਖੀ ਹੁੰਦੀ ਹੈ।
ਇਹ ਯਤਨਾਂ ਦੇ ਨਾਲ, ਕੋਸ਼ਿਸ਼ਾਂ ਦੇ ਨਾਲ, ਜਾਂ ਇਸ ਕਰਕੇ ਨਹੀਂ ਮਿਲਦੀ ਕਿ ਇਹਦਾ ਪਹਿਲੇ ਗੁਰੂ ਸਾਹਿਬਾਨਾਂ ਦੇ ਨਾਲ ਰਿਸ਼ਤਾ ਕੀ ਹੈ, ਸੰਬੰਧ ਕੀ ਹੈ। ਇਹ ਇਸ ਤੋਂ ਪਰੇ ਹੈ। ਨਹਿ ਉਪਾਏ ਤੇ ਕਿਮ ਪਦ ਆਵੈ। ਤੇ ਕਹਿਣ ਲੱਗੇ ਜੇ ਨਾ ਭਾਗਾਂ ਦੇ ਵਿੱਚ ਹੋਏ, ਨਹਿ ਉਪਾਏ ਤੇ ਕਿਮ ਬਨ ਆਏ, ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਯਤਨ ਦੇ ਨਾਲ, ਕਿਸੇ ਢੰਗ ਦੇ ਨਾਲ ਇਹ ਪ੍ਰਾਪਤ ਨਹੀਂ ਹੁੰਦੀ, ਇਹਨੂੰ ਲਿਆ ਨਹੀਂ ਜਾ ਸਕਦਾ ਹੈ। ਸੁਤ ਪੋਤਰੇ ਆਦਿਕ ਪ੍ਰਜੋਏ। ਤੇ ਕਹਿਣ ਲੱਗੇ ਕਿ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਪੁੱਤਰ ਤੇ ਪੋਤਰੇ ਪਿਆਰੇ ਹਨ, ਚੰਗੇ ਹਨ, ਹੁਕਮ ਦੇ ਵਿੱਚ ਚੱਲਣ ਵਾਲੇ ਹਨ। ਸੁਤ ਪੋਤਰੇ ਆਦਿਕ ਪ੍ਰਜੋਏ। ਸਾਰੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 3 ਸੁਪੁੱਤਰ ਕਹਿਣ ਲੱਗੇ ਕਿ ਸਾਰੇ ਮਾਲਕ ਦੀ ਕਿਰਪਾ ਦੇ ਨਾਲ ਸੇਵਾ ਕਰ ਰਹੇ ਹਨ। ਨਹੀਂ ਸਮਰੱਥ ਲੈ ਬੈ ਕੋਏ। ਪਰ ਇਹ ਜਿਹੜੀ ਗੁਰਤਾ ਗੱਦੀ ਹੈ, ਇਹਦੇ ਲਾਇਕ, ਇਹਦੇ ਸਮਰੱਥ ਸ਼੍ਰੀ ਹਰਿ ਰਾਇ ਸਾਹਿਬ ਜੀ ਹੀ ਸਨ। ਮਾਲਕ ਦੇ ਧੁਰੋਂ ਇਹੀ ਹੁਕਮ ਸੀਗਾ, ਇਸ ਕਰਕੇ ਇਹ ਜਿਹੜੀ ਜੋਤ ਹੈ ਉਹਨਾਂ ਦੇ ਵਿੱਚ ਹੀ ਟਿਕਣੀ ਸੀਗੀ। ਪ੍ਰਥਮ ਗੁਰਨ ਕੋ ਚਿਤ ਮੈਂ ਨਾਹੀ। ਔਰ ਅਸੀਂ ਸਾਰਾ ਕੁਝ ਜਾਣਦੇ ਹਾਂ, ਤੁਸੀਂ ਕਿਉਂ ਨਹੀਂ ਚਿਤਵਦੇ। ਪਹਿਲੇ ਗੁਰੂ ਸਾਹਿਬਾਨ, ਜਿਹੜੇ ਪਹਿਲੇ ਗੁਰੂ ਸਾਹਿਬਾਨ, ਦੂਸਰੇ ਗੁਰੂ ਸਾਹਿਬਾਨ, ਤੀਸਰੇ ਗੁਰੂ ਸਾਹਿਬਾਨ ਹੋਏ ਹਨ, ਤੇ ਉਹਨਾਂ ਨੇ ਕਦੇ ਵੀ ਨਹੀਂ ਇਹ ਵਿਚਾਰ ਕੀਤੀ ਕਿ ਅਸੀਂ ਇਹ ਜਿਹੜੀ ਗੁਰਤਾ ਗੱਦੀ ਹੈ ਇਹ ਆਪਣੇ ਪੁੱਤਰਾਂ ਨੂੰ ਦੇਣੀ ਹੈ ਜਾਂ ਸਾਡੇ ਪੁੱਤਰ ਹੀ ਲਾਇਕ ਹਨ। ਕਹਿਣ ਦਾ ਭਾਵ ਇਹ ਹੈ, ਸਤਿਗੁਰਾਂ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਹੈ। ਉਹਨਾਂ ਨੇ ਭਾਈ ਲਹਿਣਾ ਜੀ ਨੂੰ ਇਸ ਬਖਸ਼ਿਸ਼ ਦੇ ਪਾਤਰ ਬਣਾਇਆ। ਉਹਨਾਂ ਨੂੰ ਇਹ ਬਹੁਤ ਵੱਡੀ ਜਿਹੜੀ ਬਖਸ਼ਿਸ਼ ਹੈ ਉਹ ਪ੍ਰਾਪਤ ਹੋਈ ਹੈ। ਤੇ ਭਾਈ ਲਹਿਣਾ ਜੀ ਨੇ ਵੀ ਅਗਾਂਹ ਆਪਣੇ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਨੂੰ, ਦੋਨਾਂ ਪੁੱਤਰਾਂ ਨੂੰ ਛੱਡ ਕੇ ਗੁਰੂ ਅੰਗਦ ਸਾਹਿਬ ਜੀ ਨੇ ਤੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਵਾਸਤੇ ਚੁਣਿਆ। ਉਹਨਾਂ ਨੇ ਵੀ ਆਪਣੇ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਸੀ ਦਿੱਤੀ। ਔਰ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ, ਉਹਨਾਂ ਦੇ ਵੀ 2 ਹੀ ਪੁੱਤਰ ਸਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਪਰ ਉਹ ਵੀ ਗੁਰਤਾ ਗੱਦੀ ਪ੍ਰਾਪਤ ਨਹੀਂ ਕਰ ਸਕੇ, ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੋਈ। ਪਹਿਲੇ ਗੁਰੂ ਸਾਹਿਬਾਨ, ਦੂਸਰੇ ਗੁਰੂ ਸਾਹਿਬਾਨ, ਤੀਸਰੇ ਗੁਰੂ ਸਾਹਿਬਾਨ, ਇੱਥੋਂ ਤੱਕ ਚੌਥੇ ਗੁਰੂ ਸਾਹਿਬਾਨ, ਉਹਨਾਂ ਦੇ ਵੀ 2 ਵੱਡੇ ਸੁਪੁੱਤਰ ਸਨ, ਬਾਬਾ ਪ੍ਰਿਥੀ ਚੰਦ ਜੀ ਤੇ ਬਾਬਾ ਮਹਾਦੇਵ ਜੀ, ਪਰ ਉਹ ਵੀ ਗੁਰਤਾ ਗੱਦੀ ਨਹੀਂ ਸੀ ਲੈ ਸਕੇ। ਛੋਟੇ ਨੂੰ ਜਾ ਕਰਕੇ ਪ੍ਰਾਪਤ ਹੋਈ ਸੀਗੀ। ਕਹਿਣ ਤੋਂ ਭਾਵ ਗੁਰੂ ਅਰਜਨ ਦੇਵ ਜੀ ਗੁਰੂ ਬਣੇ ਸਨ। ਇਸ ਕਰਕੇ ਇਹ ਗੱਲ ਨਹੀਂ ਹੈ ਕਿ ਵੱਡਾ ਕੌਣ ਹੈ ਤੇ ਜਾਂ ਪੁੱਤਰ ਕੌਣ ਹੈ। ਪੁੱਤਰ ਤੇ ਵੱਡੇ ਦੀ ਗੱਲ ਨਹੀਂ ਹੈ, ਇਹ ਤਾਂ ਜਿਹਨੂੰ ਮਾਲਕ ਚਾਹੁੰਦਾ ਹੈ, ਪਰਮੇਸ਼ਰ ਨੂੰ ਭਾਉਂਦਾ ਹੈ। ਹਮੇਸ਼ਾ ਹੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਪੁੱਤਰਾਂ ਨੂੰ ਪਿੱਛੇ ਕੀਤਾ ਗਿਆ ਹੈ, ਤੇ ਜਿਹੜਾ ਸੇਵਾ ਦੇ ਵਿੱਚ, ਸਿਮਰਨ ਦੇ ਵਿੱਚ ਜਾਂ ਇਸ ਬਖਸ਼ਿਸ਼ ਦੇ ਲਾਇਕ ਸੀਗਾ, ਉਹਦੇ ਸਰੀਰ ਦੇ ਅੰਦਰ ਹੀ ਇਹ ਜੋਤ ਟਿਕੀ ਹੈ। ਸਗਲ ਪਟਾਂਗ ਤੋ ਤਿਨ ਪਾਹੀ। ਔਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਵੀ ਤਾਂ ਸਾਰਾ ਪਰਿਵਾਰ ਹੀ ਸੀਗਾ। ਬਾਕੀ ਗੁਰੂ ਸਾਹਿਬਾਨਾਂ ਦੇ ਕੋਲ ਵੀ ਤਾਂ ਆਪਣਾ ਪਰਿਵਾਰ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਸੰਗਤ ਹੋਰ ਬੈਠੀ ਹੈ, ਤੇ ਸੰਗਤ ਵਿੱਚ ਇਹ ਵਚਨ ਕੀਤੇ ਹਨ ਕਿ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਸਮੇਂ ਗੁਰੂ ਕੇ ਚਰਨਾਂ ਦੇ ਵਿੱਚ ਆਪਣਾ ਸਾਰਾ ਪਰਿਵਾਰ ਬੈਠਾ ਹੁੰਦਾ ਸੀਗਾ। ਦੇਖਿਓ ਉਚਿਤ ਦਾਸ ਕੋ ਦਈ। ਪਰ ਹਮੇਸ਼ਾ ਉਹ ਚੁਣਿਆ ਗਿਆ ਦਾਸ ਸੰਗਤ ਵਿੱਚੋਂ ਉਠਾਇਆ ਗਿਆ, ਜਿਹੜਾ ਭਾਇਆ, ਜਿਹਦੇ ਤੇ ਮਾਲਕ ਪਰਮੇਸ਼ਰ ਮਿਹਰਬਾਨ ਸੀਗਾ, ਤੇ ਜਿਸ ਧੁਰੋਂ ਦਰਗਾਹੋਂ ਲਿਖੀ ਹੋਈ ਬਖਸ਼ਿਸ਼ ਜੋਤ ਜਿੱਥੇ ਜਾਣੀ ਸੀ, ਉਸ ਹੀ ਸੇਵਕ ਨੂੰ ਦਿੱਤੀ ਗਈ। ਇਹ ਨਹੀਂ ਦੇਖਿਆ ਗਿਆ ਕਿ ਆਪਣੇ ਪੁੱਤਰਾਂ ਨੂੰ ਕਦੇ ਵੀ ਅੱਗੇ ਨਹੀਂ ਕੀਤਾ ਗਿਆ। ਇਹ ਗੁਰੂ ਘਰ ਦੀ ਮਰਿਆਦਾ ਹੈ। ਪ੍ਰਿਆਸਨ ਬੰਦੀ ਕਿਨੋ ਨਾ ਲਈ। ਔਰ ਕਹਿਣ ਲੱਗੇ ਪਹਿਲੇ ਗੁਰੂ ਸਾਹਿਬਾਨਾਂ ਦੇ ਵੇਲੇ, ਦੂਜੇ ਗੁਰੂ ਸਾਹਿਬਾਨਾਂ ਦੇ ਵੇਲੇ, ਤੀਜੇ ਗੁਰੂ ਸਾਹਿਬਾਨਾਂ ਦੇ ਵੇਲੇ ਨਾ ਤਾਂ ਪੁੱਤਰਾਂ ਨੇ ਤੇ ਨਾ ਕਿਸੇ ਸਾਕ ਸੰਬੰਧੀ ਨੇ ਇਹ ਗੁਰਤਾ ਗੱਦੀ ਲਈ ਹੈ। ਇਹ ਕੋਈ ਦਾਵਾ ਨਹੀਂ ਹੈ ਕਿ ਸਾਡਾ ਰਿਸ਼ਤਾ ਕੀ ਹੈ ਜਾਂ ਸਾਡਾ ਨੇੜਲਾ ਸੰਬੰਧ ਕੀ ਹੈ। ਗੁਰੂ ਅੰਗਦ ਸਾਹਿਬ ਜੀ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਰਿਸ਼ਤੇਦਾਰੀ ਜਾਂ ਸਾਂਝ ਨਹੀਂ ਸੀਗੀ।
ਪਰ ਉਹਨਾਂ ਦੀ ਸੇਵਾ ਘਾਲਣਾ, ਉਹਨਾਂ ਦੀ ਤਪੱਸਿਆ, ਉਹਨਾਂ ਦੀ ਬੰਦਗੀ ਜਾਂ ਪਰਮਾਤਮਾ ਦੇ ਘਰ ਦੇ ਵਿੱਚ ਜੋ ਅੱਖਰ ਪਿਆ ਹੈ ਜਾਂ ਜਿਹੜੀ ਜੋਤ ਜਿਸ ਢੰਗ ਦੇ ਨਾਲ ਪ੍ਰਵੇਸ਼ ਕਰਨੀ ਹੈ ਉਸ ਸਰੀਰ ਦੇ ਵਿੱਚ ਟਿਕਾ ਦਿੱਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ। ਇਸ ਕਰਕੇ ਇੱਥੇ ਇਹ ਗੱਲ ਨਹੀਂ ਹੈ ਕਿ ਰਿਸ਼ਤੇਦਾਰੀ ਕਿਹਦੇ ਨਾਲ ਹੈ ਜਾਂ ਪੁੱਤਰ ਕਿਹੜੇ ਹਨ। ਇਹ ਪਰਮੇਸ਼ਰ ਦੇ ਘਰ ਦੀ ਬਾਤ ਹੈ ਤੇ ਬੜੀ ਡੂੰਘੀ ਹੈ, ਸਾਡੀ ਸੋਚ ਤੋਂ ਬਹੁਤ ਪਰੇ ਹੈ। ਔਰ ਪਰ ਮਾਤਾ ਮਰਵਾਹੀ ਜੀ ਕਹਿ ਲੱਗੇ, ਸੁਣ ਮਰਵਾਹੀ ਰਿਸ ਔਰ ਭਾਰੀ। ਮਾਤਾ ਮਰਵਾਹੀ ਜੀ ਜਿਹੜੇ ਵਾਰ-ਵਾਰ ਆਪਣੇ ਪੁੱਤਰ ਬਾਬਾ ਸੂਰਜਮਲ ਜੀ ਵਾਸਤੇ ਇਹ ਇੱਛਾ ਰੱਖਦੇ ਸਨ ਕਿ ਉਹਨਾਂ ਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਹੈ, ਉਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਜਿਹੜਾ ਇਤਰਾਜ਼ ਕਿ ਇਹ ਗੁਰਤਾ ਗੱਦੀ ਮਿਲਣੀ ਚਾਹੀਦੀ ਸੀ, ਪਰ ਪਾਤਸ਼ਾਹ ਜੀ ਨੇ ਟਾਲ ਦਿੱਤਾ ਹੈ। ਇਸ ਤਰ੍ਹਾਂ ਨਹੀਂ ਕੀਤਾ, ਬਖਸ਼ਿਸ਼ ਮਿਲੀ ਨਹੀਂ ਹੈ। ਤੇ ਹੁਣ ਮਾਤਾ ਮਰਵਾਹੀ ਜੀ ਕਹਿਣ ਲੱਗੇ ਕਿ ਗੁਰੂ ਕੇ ਚਰਨਾਂ ਦੇ ਵਿੱਚ ਉਹਨਾਂ ਦਾ ਮਨ ਪ੍ਰਸੰਨ ਨਹੀਂ ਹੋਇਆ ਹੈ। ਸੂਰਜਮਲ ਕੋ ਲੈ ਸੰਗ ਭਾਨਾ। ਔਰ ਹੁਣ ਇਹ ਸਾਰਾ ਕੁਝ ਦੇਖਦੇ ਹੋਏ ਗੁਰੂ ਕੇ ਚਰਨਾਂ ਦੇ ਵਿੱਚ ਬਾਬਾ ਭਾਨਾ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਮੌਜੂਦ ਸਨ, ਆਏ ਹੋਏ ਬੈਠੇ ਹਨ। ਤੇ ਸੂਰਜਮਲ ਕੋ ਲੈ ਸੰਗ ਭਾਨਾ, ਤੇ ਭਾਈ ਬਾਬਾ ਭਾਨਾ ਜੀ ਬਾਬਾ ਸੂਰਜਮਲ ਜੀ ਜਿਹਦੇ ਬਾਰੇ ਜਿਨ੍ਹਾਂ ਦੇ ਬਾਰੇ ਵਿਚਾਰ ਹੋ ਰਹੀ ਹੈ ਕਿ ਗੁਰਤਾ ਗੱਦੀ ਉਹਨਾਂ ਨੂੰ ਮਿਲਣੀ ਚਾਹੀਦੀ ਸੀਗੀ, ਉਹਨਾਂ ਨੂੰ ਬਾਬਾ ਭਾਨਾ ਜੀ ਨੇ ਆਪਣੇ ਨਾਲ ਲਿਆ ਹੈ। ਔਰ ਨਾਲ ਲੈ ਕਰਕੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ। ਔਰ ਆ ਕਰਕੇ ਸਤਿਗੁਰਾਂ ਦੇ ਅੱਗੇ ਬੰਦਨਾ ਕੀਤੀ ਹੈ। ਔਰ ਬਾਬਾ ਭਾਨਾ ਜੀ ਨੇ ਸਾਰੀ ਇਹ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕਰਕੇ ਕੀਤੀ ਹੈ। ਮਹਾਰਾਜ ਰਾਵਰ ਕੇ ਪਾਛੈ। ਸਤਿਗੁਰੂ ਜੀ ਇਹ ਵਾਰ-ਵਾਰ ਇਤਰਾਜ਼ ਕੀਤਾ ਜਾ ਰਿਹਾ, ਮਨ ਦੇ ਵਿੱਚ ਸ਼ੰਕਾ ਆ ਰਿਹਾ ਹੈ ਕਿ ਤੁਹਾਡੇ ਪਿਆਨੇ ਤੋਂ ਬਾਅਦ, ਤੁਹਾਡੇ ਸਰੀਰ ਛੱਡਣ ਤੋਂ ਬਾਅਦ ਵਿਚਾਰ ਹੋ ਰਿਹਾ ਹੈ, ਮਹਾਰਾਜ ਰਾਵਰ ਕੇ ਪਾਛੇ ਪਾਤਸ਼ਾਹ ਜੀ ਆਪ ਜੀ ਦੇ ਪਿੱਛੋਂ ਇਹ ਪਰਿਵਾਰ ਦਾ ਕੀ ਬਣੇਗਾ। ਤੇ ਪਹਿਲੀ ਇੱਛਾ ਇਹ ਹੈ ਕਿ ਇਹਨਾਂ ਦੀ ਜੀਵਕਾ, ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ। ਇਸ ਤਰ੍ਹਾਂ ਦੀਆਂ ਵਿਚਾਰਾਂ ਮਨ ਦੇ ਵਿੱਚ ਮਾਤਾ ਜੀ ਕਰਦੇ ਹਨ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਆਪਣੇ ਬੜੇ ਨਿਮਰਤਾ ਵਾਲੇ ਤੇ ਗੁਣੀ ਪੁੱਤਰ ਬਾਬਾ ਸੂਰਜਮਲ ਜੀ ਨੂੰ ਸਤਿਗੁਰਾਂ ਨੇ ਕੋਲ ਸੱਦਿਆ ਹੈ। ਨਿਕਟ ਖਰੇ ਸੁਤ ਉਰ ਨਿਹਾਰਾ, ਕੋਲ ਖੜੇ ਹੋਏ ਪੁੱਤਰ ਵਾਲੇ ਪਾਸੇ ਪਾਤਸ਼ਾਹ ਜੀ ਤੱਕ ਰਹੇ ਸਨ। ਸ੍ਰੀ ਹਰਗੋਬਿੰਦ ਪਾਕ ਉਚਾਰਾ। ਤੇ ਸਤਿਗੁਰਾਂ ਨੇ ਫਿਰ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖ ਕਰਕੇ ਆਪਣੀ ਰਸਨਾ ਤੋਂ ਇਸ ਤਰ੍ਹਾਂ ਬਚਨ ਕੀਤਾ ਹੈ। ਸੂਰਜਮਲ ਕਿਆ ਚਿਤ ਹੈ। ਹੇ ਬਾਬਾ ਸੂਰਜਮਲ, ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਹੇ ਸੁਪੁੱਤਰ ਕਹੋ ਮਨ ਦੇ ਵਿੱਚ ਤੁਹਾਡੇ ਕੀ ਵਿਚਾਰ ਹੈ। ਕਹੋ ਸੂਰਜਮਲ ਕਿਆ ਚਿਤ ਹੈ। ਹੁਣ ਤੁਹਾਡੇ ਮਨ ਦੇ ਵਿੱਚ ਕੀ ਫੁਰਨਾ ਹੈ, ਕੀ ਇੱਛਾ ਹੈ, ਤੁਸੀਂ ਹੁਣ ਸਾਡੇ ਸਾਹਮਣੇ ਬਿਆਨ ਕਰੋ, ਕੀ ਭਾਵਨਾ ਹੈ। ਗੁਰੂ ਬਣਨ ਕੋ ਮਨ ਮੈਂ ਚਾਹੈ। ਕੀ ਤੁਹਾਡੇ ਮਨ ਦੇ ਵਿੱਚ ਗੁਰੂ ਬਣਨ ਦੀ ਚਾਹਨਾ ਹੈ, ਤੁਸੀਂ ਗੁਰੂ ਬਣਨਾ ਚਾਹੁੰਦੇ ਹੋ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਜਿਹਾ ਬਚਨ ਕੀਤਾ ਹੈ। ਹੱਥ ਜੋੜ ਫਿਰ ਸਮੁਖ ਬਖਾਨਾ। ਔਰ ਹੱਥ ਜੁੜ ਗਏ ਬਾਬਾ ਸੂਰਜਮਲ ਜੀ ਦੇ, ਹੱਥ ਜੋੜ ਕਰਕੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਥਿਰ ਸਮੁਖ ਬਖਾਨਾ ਐ ਸਥਿਰ ਹੋ ਗਿਆ। ਤੇ ਬੜੀ ਨਿਮਰਤਾ ਦੇ ਨਾਲ ਬਾਬਾ ਸੂਰਜਮਲ ਜੀ ਛੇਵੇਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਖੜੇ ਹਨ। ਮੈਂ ਨਾ ਮਨੋਰਥ ਮਨ ਮੈਂ ਠਾਨਾ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਹੇ ਪਿਤਾ ਜੀ, ਮੇਰੇ ਤਾਂ ਮਨ ਦੇ ਵਿੱਚ ਆਪ ਜੀ ਦੀ ਸੇਵਾ ਦੇ ਵਿੱਚ ਲੱਗਿਆ ਕਦੇ ਵੀ ਅਜਿਹਾ ਫੁਰਨਾ ਨਹੀਂ ਪੈਦਾ ਹੋਇਆ ਹੈ ਕਿ ਮੈਂ ਗੁਰੂ ਬਣਾ। ਹੱਥ ਜੋੜੇ ਬਾਬਾ ਸੂਰਜਮਲ ਜੀ ਨੇ, ਮੈਂ ਨਾ ਮਨੋਰਥ ਮਨ ਮੈਂ ਠਾਨਾ,
ਪਾਤਸ਼ਾਹ ਜੀ ਕਦੇ ਵੀ ਮਨ ਦੇ ਵਿੱਚ ਇਹ ਮਨੋਰਥ ਨਹੀਂ ਰੱਖਿਆ, ਤੁਹਾਡਾ ਹਰ ਹੁਕਮ ਸਤਿਗੁਰੂ ਜੀ ਤੁਹਾਡੀ ਆਗਿਆ ਦੇ ਵਿੱਚ ਰਹੇ ਆ, ਪਰ ਪਾਤਸ਼ਾਹ ਜੀ ਐਸਾ ਖਿਆਲ ਕਦੇ ਪੈਦਾ ਹੀ ਨਹੀਂ ਹੋਇਆ ਹੈ। ਜੇ ਪ੍ਰਸੰਨਤਾ ਆਪਣੀ ਥਾਨੋ, ਔਰ ਪਾਤਸ਼ਾਹ ਜੀ ਜਿਹੋ ਜੀ ਤੁਹਾਡੀ ਪ੍ਰਸੰਨਤਾ ਹੈ, ਜੋ ਤੁਹਾਨੂੰ ਭਾਉਂਦਾ ਹੈ, ਜੋ ਚੰਗਾ ਲੱਗਦਾ ਹੈ, ਜੇ ਪ੍ਰਸੰਨਤਾ ਆਪਣੀ ਠਾਨੋ, ਤੁਸੀਂ ਉਸੇ ਤਰ੍ਹਾਂ ਕਰਦੇ ਹੋ ਜਿਸ ਤਰ੍ਹਾਂ ਦੀ ਤੁਹਾਡੀ ਮੌਜ ਹੈ, ਜਿਸ ਤਰ੍ਹਾਂ ਦੀ ਤੁਹਾਡੀ ਪ੍ਰਸੰਨਤਾ ਹੈ। ਮੁਝ ਕੋ ਦੇਨੋ ਉਚਤੈ ਜਾਨੋ। ਔਰ ਕਹਿਣ ਲੱਗੇ ਸਤਿਗੁਰੂ ਜੀ, ਜੇ ਤੁਹਾਨੂੰ ਭਾਉਂਦਾ ਹੁੰਦਾ, ਜਿਹੜਾ ਤੁਹਾਨੂੰ ਭਾਇਆ ਉਹਨਾਂ ਨੂੰ ਹੀ ਇਹ ਬਖਸ਼ਿਸ਼ ਮਿਲਣੀ ਸੀਗੀ। ਤੇ ਗਰੀਬ ਨਿਵਾਜ ਪਾਤਸ਼ਾਹ ਜੀ, ਮੁਝ ਕੋ ਦੇਨੋ ਉਚਿਤ ਜਾਨੋ, ਕਹਿਣ ਲੱਗੇ ਜੇ ਤੁਹਾਨੂੰ ਚੰਗਾ ਲੱਗਦਾ ਤੇ ਤੁਸੀਂ ਇਹ ਬਖਸ਼ਿਸ਼ ਕਰਨੀ ਸੀਗੀ, ਪਰ ਪਾਤਸ਼ਾਹ ਜਿਸ ਜਿਹੜਾ ਪੁਰਸ਼ ਤੁਹਾਨੂੰ ਭਾਇਆ ਉਹਨਾਂ ਦੇ ਉੱਪਰ ਤੁਸੀਂ ਬਖਸ਼ਿਸ਼ ਕੀਤੀ ਹੈ, ਔਰ ਗਰੀਬ ਨਿਵਾਜ ਉਹੀ ਇਸ ਬਖਸ਼ਿਸ਼ ਦਾ ਮਾਲਕ ਬਣਿਆ ਹੈ, ਜਿਨ੍ਹਾਂ ਦੇ ਉੱਪਰ ਤੁਹਾਡੀ ਪ੍ਰਸੰਨਤਾ ਹੋਈ ਹੈ। ਸਿੱਖੀ ਆਪਣੀ ਮੁਝ ਦੀਜੈ। ਤੇ ਸਤਿਗੁਰੂ ਜੀ, ਜੇ ਤੁਸੀਂ ਮੈਨੂੰ ਪੁੱਛਦੇ ਹੋ ਕਿ ਤੁਹਾਡੇ ਅੰਦਰ ਕੀ ਇੱਛਾ ਹੈ, ਬਾਬਾ ਸੂਰਜਮਲ ਜੀ ਹੱਥ ਜੋੜੇ ਪਿਤਾ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਖੜੇ ਹਨ। ਪਾਤਸ਼ਾਹ, ਜੇ ਤੁਸੀਂ ਹੁਕਮ ਕਰਦੇ ਹੋ ਕਿ ਮੇਰੇ ਮਨ ਦੇ ਵਿੱਚ ਇੱਛਾ ਕੀ ਹੈ, ਹੇ ਬਾਬਾ ਸੂਰਜਮਲ ਜੀ ਦੱਸੋ ਕੀ ਇੱਛਾ ਹੈ। ਤੇ ਫਿਰ ਬਾਬਾ ਸੂਰਜਮਲ ਜੀ ਨੇ ਇੱਕ ਬੇਨਤੀ ਕੀਤੀ ਹੈ, ਤਉ ਸਿੱਖੀ ਆਪਣੀ ਮੁਝ ਦੀਜੈ। ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਮੈਨੂੰ ਆਪਣੇ ਚਰਨਾਂ ਦੇ ਵਿੱਚੋਂ ਪਿਆਰ ਬਖਸ਼ੋ। ਹੇ ਸਤਿਗੁਰੂ ਜੀ ਪਿਤਾ ਜੀ, ਜੇ ਮਿਹਰਬਾਨ ਹੋਏ ਹੋ ਤੇ ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਮੈਂ ਸਿੱਖੀ ਕਮਾਵਾਂ, ਮੈਂ ਇਸੇ ਤਰ੍ਹਾਂ ਤੁਹਾਡੇ ਹੁਕਮ ਦੇ ਵਿੱਚ ਚੱਲਾਂ। ਤਉ ਸਿੱਖੀ ਆਪਣੀ ਮੁਝ ਦੀਜੈ। ਹੇ ਪਾਤਸ਼ਾਹ, ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਹੇ ਪਿਤਾ ਜੀ, ਆਪਣੇ ਚਰਨਾਂ ਦੇ ਵਿੱਚੋਂ ਜੇ ਤੁਸੀਂ ਵਾਰ-ਵਾਰ ਮੈਨੂੰ ਪੁੱਛਦੇ ਹੀ ਹੋ ਤੇ ਮੈਨੂੰ ਕੋਈ ਇਸ ਤਰ੍ਹਾਂ ਦੀ ਗੁਰਤਾ ਗੱਦੀ ਦੀ ਲਾਲਸਾ ਨਹੀਂ ਹੈ। ਇਹ ਤਾਂ ਜਿਨ੍ਹਾਂ ਨੂੰ ਤੁਸੀਂ ਭਾਇਆ ਉਹਨਾਂ ਨੂੰ ਤੁਸੀਂ ਗੁਰੂ ਬਣਾ ਦਿੱਤਾ। ਜੇ ਮੇਰੀ ਬੇਨਤੀ ਇਹ ਹੈ, ਮੇਰੀ ਇੱਛਾ ਇਹ ਹੈ ਕਿ ਮੈਨੂੰ ਆਪਣੇ ਚਰਨਾਂ ਦੇ ਵਿੱਚੋਂ ਸਿੱਖੀ ਦੀ ਜਿਹੜੀ ਦਾਤ ਹੈ ਇਹ ਬਖਸ਼ਿਸ਼ ਦਿਓ, ਇਹ ਮੈਨੂੰ ਜੀਵਨ ਦੇ ਵਿੱਚ ਹੋਰ ਜਿਹੜੇ ਗੁਣ ਉਹ ਪੈਦਾ ਕਰ ਦਿਓ। ਐਸੀ ਭਾਵਨਾ ਬਾਬਾ ਸੂਰਜਮਲ ਜੀ ਨੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਆਪਣੇ ਪਿਤਾ ਜੀ ਦੇ ਚਰਨਾਂ ਦੇ ਵਿੱਚ ਐਸੀ ਬੇਨਤੀ ਕੀਤੀ ਹੈ। ਗੁਰਤਾ ਭਾਰਨ ਸਹੁ ਲਖੀਜੈ। ਔਰ ਪਾਤਸ਼ਾਹ, ਮੇਰੇ ਕੋਲੋਂ ਗੁਰਤਾ ਗੱਦੀ ਦਾ ਜਿਹੜਾ ਭਾਰ ਹੈ, ਏਡੀ ਵੱਡੀ ਜਿਹੜੀ ਬਖਸ਼ਿਸ਼ ਹੈ, ਉਹ ਮੈਂ ਸਹਿਣ ਦੇ ਯੋਗ ਹੀ ਨਹੀਂ ਆ। ਏਡੀ ਵੱਡੀ ਮੇਰੇ ਅੰਦਰ ਯੋਗਤਾ ਹੀ ਨਹੀਂ ਹੈ। ਜੇ ਯੋਗਤਾ ਹੁੰਦੀ ਤੇ ਤੁਸੀਂ ਆਪਣੇ ਆਪ ਹੀ ਬਖਸ਼ਿਸ਼ ਕਰ ਦੇਣੀ ਸੀਗੀ। ਮੈਂ ਸ਼ਾਇਦ ਇਸ ਯੋਗਤਾ ਦੇ ਲਾਇਕ ਨਹੀਂ ਸੀਗਾ। ਤੇ ਸਤਿਗੁਰੂ ਜੀ, ਜੇ ਤੁੱਠੇ ਹੋ ਨਾ ਤੇ ਮੈਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਮੈਂ ਇਹਦੇ ਵਿੱਚ ਹੀ ਪ੍ਰਸੰਨ ਹਾਂ। ਇਸ ਤੋਂ ਵੱਡੀ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਬਾਬਾ ਸੂਰਜਮਲ ਜੀ ਨੇ ਐਸੀ ਬੇਨਤੀ ਪਿਤਾ ਜੀ ਦੇ ਚਰਨਾਂ ਦੇ ਵਿੱਚ ਕੀਤੀ ਹੈ। ਸੁਰਤ ਪ੍ਰਸੰਨ ਕਿਰਪਾ ਨਿਧ ਹੋਏ। ਔਰ ਇਹ ਬਚਨ ਸੁਣ ਕੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਹੋਏ। ਸੁਨਤ ਪ੍ਰਸੰਨ ਕਿਰਪਾ ਨਿਧ ਹੋਏ। ਕਿਰਪਾ ਦੇ ਖਜ਼ਾਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਤੇ ਖੁਸ਼ ਹੋਏ ਹਨ। ਸੋ ਪ੍ਰਸੰਨ ਹੋਏ ਸੁਤ ਅਵਲੋਏ। ਔਰ ਪ੍ਰਸੰਨਤਾ ਦੇ ਨਾਲ, ਖੁਸ਼ੀ ਦੇ ਨਾਲ ਆਪਣੇ ਪੁੱਤਰ ਵਾਲੇ ਪਾਸੇ ਦੇਖ ਰਹੇ ਹਨ। ਸਾਧ ਸਾਧ ਤੈ ਸਭ ਕਿਛ ਲੀਨਾ। ਕਹਿਣ ਲੱਗੇ, ਭਲਾ ਹੈ, ਸ਼ਾਬਾਸ਼ ਸ਼ਾਬਾਸ਼ ਪੁੱਤਰ, ਆ ਜਿਹੜਾ ਤੁਸੀਂ ਬਚਨ ਕੀਤਾ ਹੈ ਨਾ, ਇਸ ਬਚਨ ਦੇ ਵਿੱਚ ਸਾਰਾ ਹੀ ਕੁਛ ਆ ਜਾਂਦਾ। ਸੰਸਾਰ ਦਾ ਕੁਛ ਚੀਜ਼ ਪਿੱਛੇ ਰਹਿ ਨਹੀਂ ਜਾਂਦੀ। ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ, ਸਾਧ ਸਾਧ ਤੈ ਸਭ ਕਿਛ ਲੀਨਾ। ਸ਼ਾਬਾਸ਼ ਪੁੱਤਰ, ਸ਼ਾਬਾਸ਼ ਪੁੱਤਰ, ਤੁਸੀਂ ਸਾਰਾ ਕੁਛ ਹੀ ਪ੍ਰਾਪਤ ਕਰ ਲਿਆ ਹੈ। ਗੁਰਤਾ ਆਦਿਕ ਜੇ ਵਥ ਪੀਨਾ। ਔਰ ਕਹਿਣ ਲੱਗੇ, ਗੁਰਤਾ ਆਦਿਕ ਜੇ ਵਥ ਪੀਨਾ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ। ਕਹਿਣ ਲੱਗੇ, ਜਿਸ ਤਰ੍ਹਾਂ ਗੁਰਤਾ ਲੈ ਕਰਕੇ ਵਡਿਆਈ ਪ੍ਰਾਪਤ ਹੁੰਦੀ ਹੈ ਨਾ, ਇਸ ਤਰ੍ਹਾਂ ਗੁਰਸਿੱਖੀ ਦੀ ਦਾਤ ਜਿਹਨੂੰ ਮਿਲ ਜਾਵੇ ਉਹਦੀ ਵੀ ਬਹੁਤ ਵੱਡੀ ਵਡਿਆਈ ਸੰਸਾਰ ਦੇ ਵਿੱਚ
ਪ੍ਰਗਟ ਹੁੰਦੀ ਹੈ। ਸਿੱਖੀ ਕੇ ਅਧੀਨ ਹੈ ਸਾਰੀ, ਤੇ ਸਾਰਾ ਕੁਝ ਸਿੱਖੀ ਦੇ ਅਧੀਨ ਹੈ, ਸਿੱਖੀ ਦੇ ਵਿੱਚ ਹੀ ਸਮਾਇਆ ਹੋਇਆ ਹੈ। ਸਿੱਖੀ ਸ਼ਬਦ ਭਾਵੇਂ 2 ਅੱਖਰਾਂ ਦਾ ਹੈ, ਪਰ ਜੇਕਰ ਕੋਈ ਭਾਵਨਾ ਦੇ ਨਾਲ ਕਮਾ ਲਏ ਨਾ ਕਿਤੇ ਸਿੱਖੀ, ਤੇ ਉਹਦੇ ਤੋਂ ਬਾਹਰ ਕੁਛ ਰਹਿ ਹੀ ਨਹੀਂ ਜਾਂਦਾ, ਸਾਰਾ ਕੁਛ ਉਹਦੇ ਵਿੱਚ ਹੀ ਆ ਜਾਂਦਾ ਹੈ। ਵਧੈ ਬੰਸ ਤੋਹੇ ਅਗਾਰੀ, ਕਹਿਣ ਲੱਗੇ ਹੇ ਪੁੱਤਰ, ਤੇਰੀ ਵੱਡੀ ਜਿਹੜੀ ਵੰਸ਼ ਹੈ ਉਹ ਵਧੇਗੀ। ਗੁਰਤਾ ਵੀ ਪ੍ਰਾਪਤ ਹੋਏ ਜੈ, ਔਰ ਗੁਰਤਾ ਦੇ ਵਾਂਗ, ਗੁਰੂ ਦੇ ਵਾਂਗ ਵੱਡਾ ਤੈਨੂੰ ਸਨਮਾਨ ਪ੍ਰਾਪਤ ਹੋਏਗਾ। ਅਦਕ ਵਡਾਈ ਕੋ ਤਮ ਪੈ ਹੈ, ਔਰ ਬਹੁਤ ਵੱਡੀ ਜਿਹੜੀ ਵਡਿਆਈ ਹੈ ਸੰਸਾਰ ਦੇ ਵਿੱਚ ਹੋਏਗੀ, ਤੁਸੀਂ ਪ੍ਰਾਪਤ ਕਰੋਗੇ। ਬਾਬਾ ਸੂਰਜਮਲ ਜੀ ਵਾਸਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਜਿਹੇ ਬਚਨ ਕੀਤੇ ਹਨ। ਬੜੀ ਭਾਵਨਾ ਦੇ ਨਾਲ, ਨਿਮਰਤਾ ਦੇ ਨਾਲ ਗੁਰੂ ਪੁੱਤਰ ਬਾਬਾ ਸੂਰਜਮਲ ਜੀ ਆਪਣੇ ਪਿਤਾ ਦੇ ਕੋਲੋਂ ਸਿੱਖੀ ਦੀ ਦਾਤ ਮੰਗੀ ਹੈ। ਇਹ ਜਿਹੜਾ ਇਤਿਹਾਸ ਹੈ ਸਾਨੂੰ ਬਹੁਤ ਵੱਡੀ ਪ੍ਰੇਰਨਾ ਦਿੰਦਾ ਹੈ। ਆਪਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਇਤਿਹਾਸ ਸਰਵਣ ਕਰਦੇ ਹਾਂ, ਇੱਥੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਹੇ ਭਾਈ, ਸਿੱਖੀ ਦੀ ਜਿਹੜੀ ਦਾਤ ਹੈ ਇਹ ਸਿਰਮੌਰ ਹੈ, ਇਹ ਮਹਾਨ ਹੈ। ਜਿਹਨੂੰ ਸਿੱਖੀ ਦੀ ਦਾਤ ਮਿਲ ਗਈ ਉਹਨੂੰ ਸਾਰਾ ਕੁਝ ਹੀ ਮਿਲ ਗਿਆ। ਇਸੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੈ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਅਸੀਂ ਭਾਵਨਾ ਦੇ ਨਾਲ ਜੁੜਦੇ ਹਾਂ, ਬੈਠਦੇ ਹਾਂ, ਅਤੇ ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ। ਜਿੱਥੇ ਦੁਨੀਆ ਦੇ ਬੇਅੰਤ ਪਦਾਰਥ ਮੰਗਦੇ ਹਾਂ, ਬੜਾ ਕੁਝ ਸਾਨੂੰ ਗੁਰੂ ਕੇ ਚਰਨਾਂ ਦੇ ਵਿੱਚੋਂ ਮਿਲਦਾ ਵੀ ਹੈ, ਸਤਿਗੁਰੂ ਜੀ ਦਿੰਦੇ ਵੀ ਹਨ। ਪਰ ਬੇਨਤੀ ਹੈ, ਗੁਰੂ ਕੇ ਚਰਨਾਂ ਦੇ ਵਿੱਚੋਂ ਸਿੱਖੀ ਦੀ ਦਾਤ ਵੀ ਮੰਗੀ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇਹ ਵੀ ਦਾਤ ਗੁਰੂ ਕੇ ਚਰਨਾਂ ਦੇ ਵਿੱਚੋਂ ਮੰਗੀਏ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ। ਵਿਚਾਰਾਂ ਕਰਦਿਆਂ, ਹਾਜ਼ਰੀ ਭਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਔਰ ਸੰਗਤ ਬਖਸ਼ਣਹਾਰ ਹੈ। ਆਓ ਭਾਵਨਾ ਸਹਿਤ ਚੜ੍ਹਦੀ ਕਲਾ ਵਾਸਤੇ, ਸਰਬੱਤ ਦੇ ਭਲੇ ਵਾਸਤੇ, ਤੰਦਰੁਸਤੀ ਵਾਸਤੇ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।